ਮੈਨੂੰ ਸਰ ਦਾ ਆਊਟਸਾਈਡਰ ਜਿਹੜਾ ਨਾਵਲ ਸੀਗਾ ਉਹ ਬਹੁਤ ਚੰਗਾ ਲੱਗਿਆ ਸੀਗਾ ਜੀ ਅਲਬਰਟ ਕਾਮੂ ਦਾ। ਤੇ ਇਸ ਤੋਂ ਪਹਿਲਾਂ ਐਵੇਂ ਲੱਗਦਾ ਸੀਗਾ ਜਿਵੇਂ ਸ਼ੇਕਸਪੀਅਰ ਨੂੰ ਥੋੜ੍ਹਾ ਬਹੁਤ ਅਸੀਂ ਪੜ੍ਹਿਆ ਸੀ ਕਲਾਸਿਸ ਦੇ ਵਿੱਚ ਕਿ ਜਿਹੜੇ ਮੇਨ ਹੀਰੋ ਹੁੰਦੇ ਉਹ ਰਾਜੇ ਰਾਣੀਆਂ ਹੁੰਦੇ ਆ ਹੈ ਨਾ, ਜਾਂ ਜਿਹੜੇ ਫਰੰਟ ਦੇ ਹੁੰਦੇ ਆ ਸਾਰੇ ਬੰਦੇ ਉਹ ਰਾਇਲਟੀ ਨਾਲ ਡੀਲ ਕਰਦੇ ਹੁੰਦੇ ਆ। ਤੇ ਜਦੋਂ ਆਊਟਸਾਈਡਰ ਪੜ੍ਹਿਆ ਤਾਂ ਮਤਲਬ ਕਿ ਲੱਗਿਆ ਵੀ ਇੱਕ ਨਵਾਂ ਹੀ ਕਰੈਕਟਰ ਸਾਹਮਣੇ ਆਇਆ ਜਿਹੜਾ ਕਦੇ ਵੇਖਿਆ ਨਹੀਂ, ਕਿਵੇਂ ਸੁਣਿਆ ਨਹੀਂ। ਉਹਦੀ ਮੌਮ ਦੀ ਡੈਥ ਹੋ ਜਾਂਦੀ ਆ ਹੈ ਨਾ, ਉਹ ਉਹਦੇ 'ਤੇ ਉਹਨੂੰ ਕੋਈ ਦਰਦ ਨਹੀਂ ਹੁੰਦਾ, ਬਸ ਉਹ ਚੁੱਪ ਰਹਿੰਦਾ ਗਾ, ਸਿਗਰਟ ਪੀਂਦਾ ਗਾ, ਆਪਣੀ ਗਰਲਫਰੈਂਡ ਨਾਲ ਰਹਿੰਦਾ ਗਾ। ਉਸ ਤੋਂ ਬਾਅਦ ਉਹ ਬੀਚ 'ਤੇ ਚਲਾ ਜਾਂਦਾ ਗਾ ਅਤੇ ਉੱਥੋਂ ਬਸ ਉਹਦਾ ਥੋੜ੍ਹਾ ਜਿਹਾ ਕਿਸੇ ਨਾਲ ਕਨਫਲਿਕਟ ਹੁੰਦਾ, ਉਹਦੇ ਉਹ ਮਤਲਬ ਕਿ 5 ਗੋਲੀਆਂ ਮਾਰ ਦਿੰਦਾ ਗਾ। ਉਹਨੂੰ ਉਹ ਸੋਚ ਕੇ ਲੱਗਿਆ ਵੀ ਐਵੇਂ ਦੇ ਲੋਕ ਵੀ ਹੁੰਦੇ ਆ ਨਾ ਸੋਸਾਇਟੀ ਦੇ ਵਿੱਚ ਵੀ, ਤਾਂ ਐਵੇਂ ਦੀਆਂ ਚੀਜ਼ਾਂ ਥੋੜ੍ਹੀਆਂ ਉਹ ਕਰਕੇ ਦਿੰਦੀਆਂ ਇਹ ਜਿਹਾ। ਤੁਸੀਂ ਉਹ ਕਰੈਕਟਰ ਨਾਲ ਆਪਣੇ ਆਪ ਨੂੰ ਕਿੱਦਾਂ ਜੋੜਦੇ ਹੋ ਜਾਂ ਕਿੱਦਾਂ ਕੀ ਜਿੱਦਾਂ ਉਹ ਕਰੈਕਟਰ ਤੁਹਾਨੂੰ ਇਸ ਕਰਕੇ ਡੈਫੀਨਿਟਲੀ ਚੰਗਾ ਲੱਗਿਆ ਕਿਉਂਕਿ ਸ਼ੇਕਸਪੀਅਰ ਜ਼ਿਆਦਾਤਰ ਜਿਹੜੇ ਉੱਚ ਕਲੀਨ ਦੇ ਲੋਕ ਨੇ ਉਹਨਾਂ ਬਾਰੇ ਉਹਨੇ ਲਿਖਿਆ। ਇਨਫੈਕਟ ਮੈਂ ਤੁਹਾਡੇ ਨਾਲ ਇੱਕ ਗੱਲ ਕਰਦਾ ਕਿ ਮੈਂ ਕਿਤੇ ਮਾਰਕਸਿਜ਼ਮ ਦੀ ਕੋਈ ਕਿਤਾਬ ਪੜ੍ਹ ਰਿਹਾ ਸੀਗਾ ਅਤੇ ਉਹਦੇ 'ਚ ਵੀ ਸ਼ੇਕਸਪੀਅਰ ਬਾਰੇ ਆਹੀ ਗੱਲ ਸੀ। ਉਸ ਤੋਂ ਬਾਅਦ ਮੇਰਾ ਉਹ 'ਚ ਇੰਟਰਸਟ ਖਤਮ ਹੋ ਗਿਆ ਅਤੇ ਮੈਂ ਸ਼ੇਕਸਪੀਅਰ ਬਾਰੇ ਪੜ੍ਹਿਆ ਨਹੀਂ ਕਦੇ। ਅਤੇ ਇੱਕ ਵਾਰੀ ਬਲਬੀਰ ਪਰਵਾਨਾ ਨਵਾਂ ਜ਼ਮਾਨਾ ਇੱਕ ਅਖਬਾਰ ਸੀਗਾ, ਉਹਦੇ ਐਡੀਟਰ ਸੀ, ਮੈਂ ਉਹਨਾਂ ਨਾਲ ਵੀ ਇਹੀ ਗੱਲ ਕੀਤੀ। ਉਹ ਕਹਿੰਦੇ ਇੱਦਾਂ ਨਹੀਂ, ਉਹ ਮਤਲਬ ਵੱਡਾ ਨਾਮ ਆ, ਤੂੰ ਉਹਨੂੰ ਉਹਦੇ ਬਾਰੇ ਉਹਨੂੰ ਇੱਦਾਂ ਨਾ ਰਿਜੈਕਟ ਕਰ। ਅਤੇ ਮੈਂ ਇੱਕ ਵਾਰੀ ਇੰਗਲੈਂਡ ਗਿਆ ਸ਼ੇਕਸਪੀਅਰ ਦਾ ਜਿੱਥੇ ਘਰ ਸੀ, ਉੱਥੇ ਬੜਾ ਵਧੀਆ ਮਿਊਜ਼ੀਅਮ ਬਣਾਇਆ ਹੋਇਆ ਉਹਨਾਂ ਨੇ। ਅਤੇ ਉੱਥੇ ਜਿਹੜਾ ਉਹਦਾ ਕੇਅਰ ਟੇਕਰ ਸੀ, ਮੈਂ ਉਹਨੂੰ ਇਹੀ ਕੁਐਸਚਨ ਰੱਖਤਾ, ਮੈਂ ਕਿਹਾ ਉਹਨੇ ਕਿਉਂ ਨਹੀਂ ਲਿਖਿਆ ਵਰਕਿੰਗ ਕਲਾਸ ਬਾਰੇ, ਕਿਉਂ ਨਹੀਂ ਉਹਨੇ ਲਿਖਿਆ, ਜਾਂ ਮਤਲਬ ਕਿਉਂ ਉਹ ਛੋਟੇ ਛੋਟੇ ਰੂਪ 'ਚ ਹੀ ਆਇਆ। ਵੀ ਜਿੱਦਾਂ ਹੁਣ ਆਪਾਂ ਮੰਜੇ ਬਿਸਤਰੇ ਦੇਖਦੇ ਹਾਂ, ਉਹ 'ਚ ਇੱਕ ਕਰੈਕਟਰ ਜਿਹੜਾ ਕੁਲ ਸਿੱਧੂ ਨੇ ਕੀਤਾ, ਵੀ ਤੁਸੀਂ ਉਸ ਕਰੈਕਟਰ ਨੂੰ ਉੱਥੇ ਤੱਕ ਹੀ ਸੀਮਿਤ ਕਿਉਂ ਕਰਦੇ, ਜਿਹਦਾ ਮਜ਼ਾਕ ਉਡਾਉਂਦੇ ਹੋ ਤੁਸੀਂ, ਜਾਂ ਮਤਲਬ ਸਾਰੇ ਬੰਦੇ ਉਹਨੂੰ ਸਮਹਾਉ ਵੀ ਮਿਲ ਜਾਵੇ ਉਹਦੇ ਪਿੱਛੇ ਪਏ ਹੋ, ਮਤਲਬ ਉਹ ਫੋਰ ਫਰੰਟ 'ਤੇ ਕਿਉਂ ਨਹੀਂ ਉਹਨਾਂ ਦਾ ਜਿਹੜਾ ਹੈ ਤਾਂ ਉਹ ਬੰਦੇ ਨੂੰ ਕੋਈ ਜਵਾਬ ਆਇਆ ਨਹੀਂ। ਹੋ ਸਕਦਾ ਉਹਨੂੰ ਕਿਸੇ ਨੇ ਇੱਦਾਂ ਕੁਐਸਚਨ ਹੀ ਨਾ ਕੀਤਾ ਵੀ ਉਹਨਾਂ ਨੂੰ ਤਾਂ ਇਹ ਲੱਗਦਾ ਵੀ ਸ਼ੇਕਸਪੀਅਰ ਚਲੋ ਜਿਹੜੀ ਉਹਨਾਂ ਨੇ ਐਡਾ ਲਿਖਿਆ ਉਹਦੇ ਬਾਰੇ ਤਾਂ ਕਿਸੇ ਨੂੰ ਕੀ ਡਾਊਟ ਹੈ, ਮਹਾਨ ਨਾਟਕਕਾਰ ਤਾਂ ਹੈਗੇ ਹੀ ਨੇ ਉਹ, ਬਟ ਇਹ ਵੀ ਪੁਆਇੰਟ ਹੈਗਾ ਵੀ ਉਹਨਾਂ ਨੇ ਨਹੀਂ ਲਿਖਿਆ ਵੀ ਜਿਹੜਾ ਵਰਕਿੰਗ ਕਲਾਸ ਹੈ, ਜਾਂ ਜਿੱਦਾਂ ਵਿਰਕ ਸਾਹਿਬ ਬਾਰੇ ਗੱਲ ਕੀਤੀ ਹੈ ਵੀ ਉਹਨਾਂ ਨੇ ਆਪਣੇ ਐਂਗਲ ਤੋਂ ਲਿਖਤੀ ਕਹਾਣੀ, ਉਹਨਾਂ ਨੇ ਹੋਰ ਬਹੁਤ ਖੂਬਸੂਰਤ ਕਹਾਣੀ ਲਿਖੀ, ਪਰ ਖਾਸ ਤੌਰ 'ਤੇ ਇਹ ਕਹਾਣੀ ਠੀਕ ਹੈ। ਥੈਂਕ ਯੂ। ਪਰ ਤੁਸੀਂ ਫਿਰ ਵੀ ਮੈਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਉਹਦੇ ਨਾਲ ਰਿਲੇਟ ਕਿਵੇਂ ਕਰਦੇ ਹੋ ਬੰਦੇ ਨਾਲ, ਆਊਟਸਾਈਡਰ ਵਾਲਾ ਜਿਹੜਾ ਕਰੈਕਟਰ ਹੈ, ਤੁਹਾਨੂੰ ਮਤਲਬ ਕੀ ਲੱਗਿਆ ਅਪੀਲਿੰਗ ਉਹਦੇ ਵਿੱਚ? ਉਹਨੂੰ ਪੜ੍ਹ ਕੇ ਮੈਂ ਜਿਵੇਂ ਸਰ ਆਪਣੇ ਆਲੇ ਦੁਆਲੇ ਦੇਖਦਾ ਗਾ ਨਾ, ਤਾਂ ਮੈਨੂੰ ਮੇਰੇ ਪਿੰਡ 'ਚ ਬਹੁਤ ਸਾਰੇ ਬੰਦੇ ਐਵੇਂ ਦੇ ਲੱਗੇ ਜਿਨ੍ਹਾਂ ਨੂੰ ਫਰਕ ਨਹੀਂ ਪੈਂਦਾ ਕਿਸੇ ਚੀਜ਼ ਨਾਲ, ਉਹ ਐਵੇਂ ਆਪਣੀ ਲਾਈਫ 'ਚ ਆਪਣੇ ਹਿਸਾਬ ਨਾਲ ਜਿਉਂਦੇ ਆ ਨਾ। ਜਿਵੇਂ ਮੇਰਾ ਦੋਸਤ ਆ ਇੱਕ, ਉਹ ਜਦੋਂ ਮਤਲਬ ਅਸੀਂ ਪੜ੍ਹਦੇ ਸੀ, ਸਕੂਲਿੰਗ ਸੀ ਸਾਡੀ, ਤਾਂ ਉਹ ਪੜ੍ਹਨ 'ਚ ਬਹੁਤ ਹੁਸ਼ਿਆਰ ਸੀਗਾ ਹੈ ਨਾ, ਪਰ ਉਹਨੂੰ ਘਰੋਂ ਬਿਲਕੁਲ ਸਪੋਰਟ ਨਹੀਂ ਸੀ। ਉਹ ਬੰਦੇ ਨੇ ਕੀ ਕੀਤਾ, ਸਾਰਿਆਂ ਤੋਂ ਇੰਡੀਫਰੈਂਟ ਜਿਹਾ ਹੋ ਗਿਆ, ਉਹਨੇ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕਰਤੀ ਵੀ ਰਾਤ ਨੂੰ ਕੋਠੀ 'ਤੇ ਬੈਠ ਜਾਣਾ, ਉੱਥੇ ਬੈਠ ਕੇ ਉਹਨੇ ਦੀਵਾ ਲਾ ਲੈਣਾ ਹੈ ਨਾ, ਉੱਥੇ ਬੈਠ ਕੇ ਪੜ੍ਹਨਾ। ਉਸ ਤੋਂ ਬਾਅਦ ਉਹ ਫੌਜ 'ਚ ਭਰਤੀ ਹੋ ਗਿਆ। ਹੁਣ ਫੌਜ 'ਚ ਜਦੋਂ ਘਰੇ ਆਉਂਦਾ ਗਾ ਤਾਂ ਉਹ ਕਿਸੇ ਨਾਲ ਗੱਲ ਨਹੀਂ ਕਰਦਾ ਹੈ ਨਾ, ਆਪਣਾ ਅਲੱਗ ਬੈਠ ਜਾਂਦਾ ਗਾ, ਅਤੇ ਉਹਦੀ ਆਪਣੀ ਮੌਮ ਨਾਲ, ਆਪਣੇ ਫਾਦਰ ਨਾਲ ਕਿਸੇ ਨਾਲ ਗੱਲ ਨਹੀਂ ਕਰਦਾ, ਅਤੇ ਉਹ ਵਾਪਸ ਚਲਿਆ ਜਾਂਦਾ ਗਾ। ਉੱਥੇ ਜਾ ਕੇ ਵੀ ਉਹਦਾ ਮਤਲਬ ਕਿ ਉਹ ਐਵੇਂ ਜਿਹਦਾ ਐਕਸਪੀਰੀਅੰਸ ਰੱਖਦਾ ਗਾ ਕਿ ਵੀ ਜਿੱਦਾਂ ਉਹਨੇ ਮੈਨੂੰ ਗੱਲ ਦੱਸੀ, ਹੁਣ ਮੈਂ ਜਦ ਘਰ ਗਿਆ ਸਰ ਅਤੇ ਉਹਨੇ ਮੈਨੂੰ ਗੱਲ ਦੱਸੀ, ਕਹਿੰਦਾ ਵੀ ਜਦੋਂ ਅਸੀਂ ਫੋਟੋ ਖਿੱਚਦੇ ਹਾਂ ਆਪਦੀ ਸੈਲਫੀ ਕਰਦੇ ਹਾਂ, ਤਾਂ ਕਹਿੰਦਾ ਅਸੀਂ ਇਹ ਸੋਚਦੇ ਹਾਂ ਕਿ ਇਹ ਸਾਡੀ ਲਾਸਟ ਫੋਟੋ ਹੋ ਸਕਦੀ ਆ, ਇਹ ਹੱਸਦੇ ਚਿਹਰੇ ਨੇ ਜਿਹੜੇ ਹੁਣ ਫੋਟੋ ਦੇ ਵਿੱਚ ਲਾਸਟ ਹੋਣਗੇ। ਮਤਲਬ ਕਿ ਉਹਨੇ ਨਜ਼ਰੀਆ ਐਵੇਂ ਜਿਹਦਾ ਬਣਾ ਲਿਆ ਲਾਈਫ ਪ੍ਰਤੀ, ਕਿਉਂਕਿ ਉਹਨੂੰ ਸ਼ੁਰੂ ਤੋਂ ਹੀ ਐਵੇਂ ਦਾ ਮਿਲਿਆ, ਅਤੇ ਮੈਨੂੰ ਉਹਦੇ 'ਚੋਂ ਐਵੇਂ ਲੱਗਦਾ ਹੁੰਦਾ ਗਾ ਕਿ ਕੱਲ੍ਹ ਨੂੰ ਜੇ ਉਹਦੇ ਨਾਲ ਕੋਈ ਐਵੇਂ ਦੀ ਟ੍ਰੈਜਡੀ ਹੁੰਦੀ ਆ ਤਾਂ ਉਹ ਬੰਦਾ ਸ਼ਾਇਦ ਵੀ ਉਹਨੇ ਉਵੇਂ ਨਹੀਂ ਰਿਐਕਟ ਕਰਨਾ ਜਿਵੇਂ ਆਪਾਂ ਆਪਣੀ ਸੋਸਾਇਟੀ ਦੇ ਵਿੱਚ ਰਿਐਕਟ ਕਰਦੇ ਹਾਂ ਕਿ ਹਾਂ ਇਹਦੀ ਮੌਮ ਦੀ ਡੈਥ ਹੋਈ, ਤਾਂ ਬੰਦਾ ਰੋਊਗਾ ਹੈ ਨਾ, ਕਿੰਨੇ ਦਿਨ ਪਤਾ ਨਹੀਂ ਕੀ ਕਰਦਾ ਰਹੂਗਾ। ਮੈਨੂੰ ਉਹਦੇ 'ਚੋਂ ਐਵੇਂ ਦੀਆਂ ਮਤਲਬ ਉਹ ਨਾਵਲ ਪੜ੍ਹਨ ਤੋਂ ਬਾਅਦ ਥੋੜ੍ਹਾ ਲੱਗਣ ਲੱਗਿਆ ਉਹ ਇਵੇਂ ਦਾ ਲੱਗਿਆ। ਹਾਂ, ਬਹੁਤ ਇੰਪੋਰਟੈਂਟ ਕਰੈਕਟਰ ਬਾਰੇ ਆਪਾਂ ਗੱਲ ਕਰਦੇ ਹਾਂ, ਬਟ ਮੈਨੂੰ ਲੱਗਦਾ ਸਾਨੂੰ ਹੋਰ ਡੈਪਥ ਸੋਚਣਾ ਪੈਂਦਾ ਚਾਹੀਦਾ ਵੀ ਐਜ਼ ਐਨ ਸੁਸਾਇਟੀ ਆਪਾਂ ਮਤਲਬ ਕੀ ਗੱਲ ਉਹਦੇ ਨਾਲ ਕਨੈਕਟ ਨਹੀਂ ਕਰ ਪਾ ਰਹੇ, ਜੇ ਉਹ ਉੱਥੇ ਪਹੁੰਚ ਗਿਆ ਮਤਲਬ ਇੰਨਾ ਇੰਡਿਫਰੈਂਟ ਹੋ ਗਿਆ ਚੀਜ਼ਾਂ ਦੇ ਪ੍ਰਤੀ, ਵੀ ਐਜ਼ ਐਨ ਕਹਿ ਲਓ ਸਮਾਜ ਜਾਂ ਐਜ਼ ਐਨ ਨੇਸ਼ਨ, ਜਾਂ ਮਤਲਬ ਕਿੱਥੇ ਸਾਡੇ 'ਚ ਹੈ ਕਿ ਇੱਕ ਬੰਦਾ ਜਿਹੜਾ ਸਾਡੇ 'ਚੋਂ ਹੀ ਇੱਦਾਂ ਸੋਚਣ ਲੱਗ ਗਿਆ। ਇਹਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾ ਸਕਦਾ, ਹੋ ਸਕਦਾ ਉਹਦੇ ਵੀ ਅੰਦਰ ਬਹੁਤ ਕੁਛ ਹੋਵੇ ਜਿਹੜਾ ਉਹ ਕਰਨਾ ਚਾਹੁੰਦਾ ਹੋਵੇ, ਗੱਲਬਾਤ ਕਰਨਾ ਚਾਹੁੰਦਾ ਹੋਵੇ, ਸਾਂਝਾ ਕਰਨਾ ਚਾਹੁੰਦਾ ਹੋਵੇ, ਬਟ ਉਹਦੇ ਕੋਲ ਕੋਈ ਹੋਵੇ ਹੀ ਨਾ। ਮੈਂ ਵੀ ਇਸ ਨਾਲ ਮੈਂ ਇੱਕ ਗੱਲ ਜੋੜਨੀ ਚਾਹੁੰਦਾ ਹਾਂ। ਹਾਂਜੀ, ਮੇਰੇ ਦੋਸਤ ਦੇ ਭੂਆ ਜੀ ਦੇ ਬੇਟੇ ਦੀ ਨਾ
ਤੋਂ ਪਹਿਲਾਂ ਡੈਥ ਹੋਈ ਹੈ ਜੀ। ਤੇ ਉਹਦੀ ਲਵ ਮੈਰਿਜ ਹੋਈ ਸੀ ਕਿਉਂਕਿ 3 ਮਹੀਨੇ ਪਹਿਲਾਂ ਤੇ ਹੋਈ ਵੀ ਘਰਦਿਆਂ ਨੂੰ ਗੇਸਟ ਆ ਗਈ ਸੀਗੀ। ਲੜਕੀ ਦੇ ਪੇਰੈਂਟਸ ਵੀ ਨਹੀਂ ਸੀ ਮੰਨਦੇ ਤੇ ਲੜਕੇ ਦੇ ਵੀ ਨਹੀਂ ਸੀ ਮੰਨਦੇ। ਤੇ ਹੁਣ ਕੀ ਹੋਇਆ ਵੀ ਉਹ ਜਦੋਂ ਲੜਕੀ ਦੀ ਮੌਤ ਹੋਈ ਤਾਂ ਹੁਣ ਤੇ ਇਹ ਚਾਹੀਦਾ ਸੀ ਵੀ ਲੜਕੀ ਬਹੁਤ ਰੋਊਗੀ, ਪਰ ਲੜਕੀ ਨੇ ਇੱਕ ਹੰਝੂ ਤੱਕ ਨਹੀਂ ਹੋਇਆ। ਉਹ ਆਈ, ਲੜਕੇ ਦੀ ਐਕਸੀਡੈਂਟ 'ਚ ਮੌਤ ਹੋ ਗਈ। ਤੇ ਜਦੋਂ ਮੌਤ ਹੋਈ ਤਾਂ ਉਹ ਦਿੱਲੀ ਸੀਗੀ, ਠੀਕ ਹੈ। ਤੇ ਦਿੱਲੀ ਤੋਂ ਜਦੋਂ ਫਰੀਦਕੋਟ ਆਏ, ਲੜਕਾ ਫਰੀਦਕੋਟ ਦਾ ਸੀਗਾ, ਤਾਂ ਜਦੋਂ ਉਹ ਆਏ ਤਾਂ ਉਹਨੇ ਆ ਕੇ ਇਕੱਲੀ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਬਸ ਉਹਨੇ ਕੋਈ ਰਿਐਕਟ ਨਹੀਂ ਕੀਤਾ। ਉਹ ਲੈ ਗਿਆ। ਤੁਸੀਂ ਉਸ ਤੋਂ ਬਾਅਦ ਕਦੇ ਮਿਲੇ ਉਹਨਾਂ ਨੂੰ? ਨਹੀਂ, ਅਸਲ 'ਚ ਮੇਰੇ ਦੋਸਤ ਨੇ ਮੈਨੂੰ ਇਹ ਸਾਰਾ ਵਰਤਾਂਤ ਸੁਣਾਇਆ। ਦੇਖੋ, ਜਿਹੜਾ ਗਰੀਫ ਹੈ ਨਾ, ਜਿਹੜਾ ਦੁੱਖ ਹੈ, ਦੁੱਖ ਨੂੰ ਆਪਾਂ ਅਲੱਗ-ਅਲੱਗ ਤਰੀਕੇ ਨਾਲ ਐਕਸਪ੍ਰੈਸ ਕਰਦੇ ਹਾਂ। ਜਿੱਦਾਂ ਕੰਸਟਰਕਸ਼ਨ ਹੀ ਹੈ ਵੀ, ਆਪਣੇ ਸੋਸਾਇਟੀ ਨੇ ਆਪਣੇ ਸਾਹਮਣੇ ਬਹੁਤ ਸਾਰੀਆਂ ਕੰਸਟਰਕਸ਼ਨਸ ਕੀਤੀਆਂ ਹੋਈਆਂ ਨੇ। ਉਹਨਾਂ 'ਚ ਇੱਕ ਕੰਸਟਰਕਸ਼ਨ ਗਰੀਫ ਬਾਰੇ ਵੀ ਹੋਏਗੀ ਕਿ ਜੇ ਕਿਸੇ ਬੰਦੇ ਨੂੰ ਦੁੱਖ ਹੁੰਦਾ ਤਾਂ ਉਹਨੂੰ ਇੱਦਾਂ ਐਕਸਪ੍ਰੈਸ ਕਰਨਾ ਚਾਹੀਦਾ। ਤੇ ਆਪਾਂ ਕਈ ਵਾਰੀ ਆਪਣਾ ਦੁੱਖ ਉਸ ਤੋਂ ਮਤਲਬ ਜੋ ਕੋਈ ਸੋਚ ਰਿਹਾ ਉਸ ਤੋਂ ਵੀ ਵੱਡਾ ਹੋ ਜਾਂਦਾ। ਮੈਂ ਤੁਹਾਡੇ ਨਾਲ ਇੱਕ ਪਰਸਨਲ ਗੱਲ ਸ਼ੇਅਰ ਕਰਨਾ। ਮੇਰੇ ਬ੍ਰਦਰ ਇਨ ਲਾਅ ਦੀ ਡੈਥ ਹੋ ਗਈ ਸੀ ਐਕਸੀਡੈਂਟ 'ਚ। ਉਹ ਸਿਰਫ 34 ਸਾਲਾਂ ਦਾ ਸੀਗਾ ਤੇ ਉਸ ਤੋਂ ਪਹਿਲਾਂ ਉਹ ਡਰੱਗਸ 'ਚ ਸੀਗਾ। ਫਿਰ ਡਰੱਗਸ 'ਚੋਂ ਬਾਹਰ ਆ ਗਿਆ ਤੇ ਇੱਕ ਐਕਸੀਡੈਂਟ 'ਚ ਉਹਦੀ ਡੈਥ ਹੋ ਗਈ। ਤੇ ਮੈਂ ਉਦੋਂ ਕਿਸੇ ਚੈਨਲ ਦਾ ਹੈਡ ਸੀਗਾ ਚੰਡੀਗੜ੍ਹ, ਤੇ ਮੈਂ ਚੰਡੀਗੜ੍ਹ ਹੀ ਸੀਗਾ। ਤੇ ਮੇਰੇ ਮਦਰ ਇਨ ਲਾਅ ਜਿਹੜੇ ਉਹਦੇ ਮਦਰ ਸੀਗੇ, ਜਿਨ੍ਹਾਂ ਨੇ ਪਿਛਲੇ 8-10 ਸਾਲ ਤੋਂ ਉਹਨੂੰ ਹਰੇਕ ਚੀਜ਼ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਮਤਲਬ ਉਹਦੇ ਲਈ ਹਰ ਕੁਝ ਜੋ ਕਰ ਸਕਦੇ ਸੀ ਕੀਤਾ, ਵੀ ਡਰੱਗਸ 'ਚੋਂ ਬਾਹਰ ਆ ਜਾਵੇ, ਉਹਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਾਰਾ ਕਰਨ ਦੇ ਬਾਵਜੂਦ ਵੀ ਉਹਦੀ ਐਕਸੀਡੈਂਟ 'ਚ ਡੈਥ ਹੋ ਗਈ। ਉਹ ਕੁਛ ਕਰ ਨਹੀਂ ਸਕੀ। ਤੇ ਜਦੋਂ ਉਹਦੀ ਬਾਡੀ ਹਸਪੀਟਲ 'ਚ ਪਈ ਸੀ ਤੇ ਉਹ ਉਹਨੂੰ ਗਾਲਾਂ ਹੀ ਕੱਢ ਰਹੇ ਸੀ। ਇੰਨਾ ਐਕਸਟ੍ਰੀਮ ਰਿਐਕਸ਼ਨ ਸੀ ਕਿ ਤੂੰ ਇਦਾਂ ਕਿਵੇਂ ਮਰ ਸਕਦਾ। ਉਹ ਬੇਵਸੀ ਸੀ ਉਹਨਾਂ ਦੀ, ਮਤਲਬ ਵੀ ਉਹਨਾਂ ਨੇ ਉਹਨੂੰ ਇੰਨਾ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਵੀ ਨਹੀਂ ਬਚਾ ਸਕੇ। ਸੋ ਜਿਹੜਾ ਗਰੀਫ ਹੈਗਾ, ਮਤਲਬ ਜਿਹੜਾ ਦੁੱਖ ਹੈ ਜਾਂ ਜਿਹੜੀ ਹੈਪੀਨੈਸ ਹੈ, ਉਹ ਵੀ ਮੈਨੂੰ ਲੱਗਦਾ ਉਹਨੂੰ ਐਕਸਪ੍ਰੈਸ ਕਰਨ ਦੇ ਹਰੇਕ ਬੰਦੇ ਦਾ ਆਪਣਾ ਨਜ਼ਰੀਆ ਹੈ ਤੇ ਸਾਨੂੰ ਉਹਨੂੰ ਉਤਸ਼ਾਹਿਤ ਕਰਨਾ ਚਾਹੀਦਾ। ਇੱਦਾਂ ਹੀ ਆਪਾਂ ਸਟੀਰੀਓਟਾਈਪ 'ਚੋਂ ਬਾਹਰ ਆਵਾਂਗੇ। ਮਤਲਬ ਜਿਹੜਾ ਸਰਟਨ ਸੁਸਾਇਟੀ ਨੇ ਸਾਡੇ ਲਈ ਫਿਕਸ ਕਰਤੀਆਂ ਨੇ ਚੀਜ਼ਾਂ, ਵੀ ਜੇ ਇਹ ਆ ਤਾਂ ਇਹ ਆ, ਜੇ ਆਨਰ ਆ ਤਾਂ ਇਹ ਆ, ਔਰਤ ਨਾਲ ਆਨਰ ਇੱਦਾਂ ਜੁੜਿਆ ਹੋਇਆ, ਆ ਬੰਦਾ ਤਾਂ ਇਹਨੂੰ ਇੱਦਾਂ ਸਰਟਨ ਬਿਹੇਵ ਕਰਨਾ ਚਾਹੀਦਾ। ਤੇ ਮੈਨੂੰ ਲੱਗਦਾ ਕਿ ਐਜ਼ ਐਨ ਹਿਊਮਨ ਬੀਇੰਗ ਆਪਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ। ਮਤਲਬ ਸਮਝਣਾ ਚਾਹੀਦਾ ਬੇਸਿਕਲੀ ਕਿ ਉਹਦਾ ਬਿਹੇਵੀਅਰ ਇੱਦਾਂ ਕਿਉਂ ਆ। ਕਿਉਂਕਿ ਮੈਂ ਕੈਨੇਡਾ ਗਿਆ ਹੋਇਆ ਸੀ ਤੇ ਮੇਰੀ ਫਿਲਮ ਨਾਬਰ 'ਚ ਜਦੋਂ ਮੁੰਡੇ ਦੀ ਡੈਥ ਹੋ ਜਾਂਦੀ ਹੈ ਤੇ ਉਹਦੀ ਡੈਥ ਕਿਉਂਕਿ ਬੰਬੇ 'ਚ ਹੁੰਦੀ ਹੈ ਤੇ ਉਹਦਾ ਫਾਦਰ ਆਪਣੀ ਵਾਈਫ ਨੂੰ ਨਹੀਂ ਦੱਸਦਾ ਵੀ ਕਿੱਦਾਂ ਇਹਨੂੰ ਦੱਸਾਂ, ਤੇ ਉਹਦਾ ਸੰਸਕਾਰ ਉਹਨੂੰ ਉੱਥੇ ਕਰਨਾ ਪੈਂਦਾ। ਤੇ ਉਹ ਸਿਰਫ ਉਹਦੀਆਂ ਰਾਖ ਤੇ ਅਸਥੀਆਂ ਲੈ ਕੇ ਘਰ ਆਉਂਦਾ। ਤੇ ਉਹ ਜਿਹੜੀ ਉਹਦੀ ਮਦਰ ਹੈ, ਕਿਉਂਕਿ ਉਹਨੇ ਸੰਸਕਾਰ 'ਚ ਸ਼ਾਮਿਲ ਨਹੀਂ ਹੋਈ ਤੇ ਉਹਨੇ ਆਪਣੇ ਬੇਟੇ ਬਾਰੇ ਇੱਕ ਸਰਟਨ ਚੀਜ਼ਾਂ ਬਣਾਈਆਂ ਹੋਈਆਂ ਨੇ ਦਿਮਾਗ 'ਚ ਕਿ ਉਹ ਬਾਹਰ ਚਲਾ ਗਿਆ ਤੇ ਜਦੋਂ ਆਏਗਾ ਮੈਂ ਉਹਦੀ ਮੈਰਿਜ ਕਰਾਂਗੀ ਦਿਸ ਐਂਡ ਦੈਟ, ਤੇ ਉਹਦੇ ਬਾਰੇ ਕੁਝ ਨੈਗੇਟਿਵ ਸੋਚਣਾ ਨਹੀਂ ਚਾਹੁੰਦੀ। ਉਹਨੇ ਦਿਮਾਗ 'ਚ ਹੀ ਉਹ ਬਣਾ ਲਿਆ। ਤੇ ਜਦੋਂ ਆ ਕੇ ਕਹਿੰਦਾ ਵੀ ਇੱਦਾਂ ਕਰਕੇ ਉਹਦੀ ਡੈਥ ਹੋ ਗਈ ਤੇ ਐਕਸੈਪਟ ਨਹੀਂ ਕਰਦੀ ਤੇ ਉਹਦੀ ਅਸਥੀਆਂ ਵੀ ਸਿੱਟ ਦਿੰਦੀ ਹੈ ਘਰ ਦੇ ਵਿੱਚ। ਸੋ ਇੱਕ ਕੰਡੀਸ਼ਨ ਹੁੰਦੀ ਹੈ ਜਦੋਂ ਤੁਸੀਂ ਕਿਸੇ ਸੱਚਾਈ ਨੂੰ ਮੰਨਣ ਤੋਂ ਤੁਹਾਡਾ ਦਿਮਾਗ ਇਨਕਾਰ ਕਰ। ਤੇ ਚਲੋ ਜੀ, ਮੈਂ ਤਾਂ ਉਹ ਫਿਲਮ 'ਚ ਕਿਉਂਕਿ ਆਪਣੇ ਮਦਰ ਇਨ ਲਾਅ ਨੂੰ ਦੇਖਿਆ ਸੀਗਾ, ਮੈਂ ਉੱਦਾਂ ਪਿਕਚਰਾਈਜ਼ ਕਰਤਾ। ਜਦੋਂ ਮੈਂ ਕੈਨੇਡਾ ਗਿਆ ਉੱਥੇ ਮੈਨੂੰ ਇੱਕ ਲੇਡੀ ਮਿਲੀ ਤੇ ਉਹ ਵੀ ਪੰਜਾਬੀ ਡਿਪਾਰਟਮੈਂਟ ਤੋਂ ਪਾਸ ਆਊਟ ਸੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬਹੁਤ ਸਾਲ ਪਹਿਲਾਂ। ਤੇ ਉਹਨੇ ਮੈਨੂੰ ਪੁੱਛਿਆ ਵੀ ਤੁਸੀਂ ਉਹ ਸੀਨ ਕਿਵੇਂ ਕੀਤਾ, ਮਤਲਬ ਮਦਰ ਵਾਲਾ। ਮੈਂ ਕਿਹਾ ਕਿਉਂ, ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਕਹਿੰਦੇ ਮੈਨੂੰ ਲੱਗਿਆ ਵੀ ਇਹ ਸਾਰਾ ਕੁਝ ਮੇਰੇ ਨਾਲ ਵੀ ਵਾਪਰਿਆ ਪਹਿਲਾਂ। ਫਿਰ ਉਹਨੇ ਦੱਸਿਆ ਕਿ ਮੈਂ ਪੰਜਾਬ ਯੂਨੀਵਰਸਿਟੀ 'ਚ ਪੜ੍ਹਦੀ ਸੀ ਪੰਜਾਬੀ ਡਿਪਾਰਟਮੈਂਟ 'ਚ, ਤੇ ਉੱਥੇ ਇੱਕ ਮੁੰਡਾ ਸੀਗਾ ਜਿਹੜਾ ਉੱਥੋਂ ਦੀ ਸਟੂਡੈਂਟ ਯੂਨੀਅਨ 'ਚ ਪ੍ਰਧਾਨ ਸੀਗਾ। ਤੇ ਚਲੋ ਸਾਡਾ ਪਿਆਰ ਹੋ ਗਿਆ ਤੇ ਸਾਡੀ ਮੈਰਿਜ ਵੀ ਹੋ ਗਈ। ਤੇ ਮੈਰਿਜ ਹੋ ਗਈ ਤੇ ਸਾਡੇ ਇੱਕ ਛੋਟੀ ਬੇਬੀ ਹੋ ਗਈ, ਬੱਚੀ ਹੋ ਗਈ। ਤੇ ਇੱਕ ਦਿਨ ਮਤਲਬ ਮੈਨੂੰ ਇਹ ਦੱਸਿਆ ਗਿਆ ਕਿ ਤੇਰੇ ਹਸਬੈਂਡ ਦਾ ਐਕਸੀਡੈਂਟ ਹੋ ਗਿਆ ਤੇ ਉਹਦੇ ਸੱਟ ਲੱਗ ਗਈ ਬਟ ਉਹ ਠੀਕ ਹੈ। ਤੇ ਮੈਂ ਆਪਣੀ ਬੱਚੀ ਨੂੰ ਲੈ ਕੇ ਮੈਨੂੰ ਉੱਥੇ ਲਿਜਾਇਆ ਗਿਆ ਜਿੱਥੇ ਮੇਰਾ ਹਸਬੈਂਡ ਸੀਗਾ, ਬਟ ਉਹਦੀ ਡੈਥ ਹੋ ਚੁੱਕੀ ਸੀ।
ਤੇ ਉਹਨੇ ਮੈਨੂੰ ਕਿਹਾ ਕਹਿੰਦੀ ਵੀ ਮੈਨੂੰ ਐਗਜ਼ੈਕਟ ਉਦਾਂ ਲੱਗ ਰਿਹਾ ਸੀ, ਮੇਰਾ ਹਸਬੈਂਡ ਮੇਰੇ ਸਾਹਮਣੇ ਪਿਆ ਸੀਗਾ ਬਟ ਮੈਨੂੰ ਇਹ ਲੱਗ ਰਿਹਾ ਸੀ ਵੀ ਇਹ ਰਿਐਲਿਟੀ ਨਹੀਂ ਗੀ, ਵੀ ਇਹ ਸ਼ਾਇਦ ਕੋਈ ਰੀਲ ਚੱਲ ਰਹੀ ਹੈ। ਤੇ ਕਹਿੰਦੀ ਇਸ ਕਰਕੇ ਮੈਂ ਇੱਕਦਮ ਰਿਲੇਟ ਕਰ ਪਾਈ। ਸੋ ਕਈ ਵਾਰੀ ਮਤਲਬ ਸੱਚਾਈ ਇੰਨੀ ਜ਼ਿਆਦਾ ਕਹਿ ਲਓ ਪੇਨਫੁਲ ਹੁੰਦੀ ਹੈ ਕਿ ਅਸੀਂ ਉਹਨੂੰ ਟੈਕਲ ਕਰਨ ਦੇ ਨਵੇਂ ਤਰੀਕੇ ਲੱਭਦੇ ਹਾਂ। ਸੋ ਬਹੁਤ ਇੰਪੋਰਟੈਂਟ ਆਪਾਂ ਗੱਲ ਕੀਤੀ ਹੈ, ਥੋੜੀ ਸੀਰੀਅਸ ਵੀ ਹੈ, ਪਰ ਐਜ਼ ਐਨ ਆਰਟਿਸਟ ਐਜ਼ ਐਨ ਰਾਈਟਰ ਵੀ ਆਪਾਂ ਨੂੰ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਦੋਂ ਆਪਾਂ ਲਿਖੀਏ ਇਹ ਸਾਰੇ ਨੈਰੇਟਿਵ ਵੀ ਉਹਦੇ 'ਚ ਆਉਣੇ ਚਾਹੀਦੇ ਆ। ਮਤਲਬ ਇਹ ਨਹੀਂਗਾ ਵੀ ਜੇ ਕਿਤੇ ਸੋਗ ਆ ਤਾਂ ਜਿਹੜਾ ਸਾਡਾ ਪਾਤਰ ਆ ਸਰਟਨ ਵੇ 'ਚ ਹੀ ਬਿਹੇਵ ਕਰੇ, ਉਹ ਡਿਫਰੈਂਟਲੀ ਵੀ ਬਿਹੇਵ ਕਰ ਸਕਦਾ। ਬੇਟਾ ਪਲੀਜ਼ ਹੁਣ ਤੁਸੀਂ ਤੁਸੀਂ ਭਾਵੇਂ ਬੈਠ ਕੇ ਵੀ ਦੱਸੋ। ਮੇਰਾ ਨਾਮ ਹੈ ਮੈਂ ਇੰਗਲਿਸ਼ ਡਿਪਾਰਟਮੈਂਟ ਤੋਂ ਤੇ ਮੈਂ ਇੱਕ ਨਾਵਲ ਪੰਜਾਬੀ ਦਾ ਨਾਵਲ ਪੜ੍ਹਿਆ ਸੀ ਅੰਮ੍ਰਿਤਾ ਪ੍ਰੀਤਮ ਦਾ ਪਿੰਜਰ, ਉਹਦੇ ਤੇ ਮੂਵੀ ਵੀ ਹੈ ਤੇ ਮੈਂ ਉਹਦੇ ਵਿੱਚ ਮਤਲਬ ਪੂਰੋ ਨਾਮ ਦਾ ਕਰੈਕਟਰ ਸੀ ਉਹਦਾ, ਜਿਹੜਾ ਮਤਲਬ ਮੈਂ ਡਿਸਕਸ ਕਰਨਾ ਹੈ ਕਿ ਉਹਨੂੰ ਰਸ਼ੀਦ ਨਾਮ ਦਾ ਇੱਕ ਚੱਕ ਕੇ ਲੈ ਜਾਂਦਾ ਤਾਂ ਮਤਲਬ ਉਹਦੇ ਵਿੱਚ ਉਹ ਬਹੁਤ ਮਤਲਬ ਉਹਦੀ ਸਿਚੁਏਸ਼ਨ ਬਹੁਤ ਬੈਡ ਹੁੰਦੀ ਹੈ ਬਟ ਐਂਡ ਤੇ ਉਹਨੂੰ ਅਸੈਪਟ ਕਰ ਲੈਂਦੀ ਆ ਸਿਰਫ ਉਹਦੇ ਇਮੋਸ਼ਨਸ ਕਰਕੇ, ਕਿਉਂਕਿ ਉਹਨੇ ਹੈਲਪ ਕੀਤੀ ਹੁੰਦੀ ਆ ਉਹਦੇ ਸਿਸਟਰ ਇਨ ਲਾਅ ਨੂੰ ਮਤਲਬ ਲੱਭਣ ਲਈ ਹੈ ਨਾ। ਜਿਸ ਤਰ੍ਹਾਂ ਕਿ ਵੂਮਨ ਦੇ ਇਮੋਸ਼ਨਸ ਦੀ ਗੱਲ ਹੈ, ਉਹਨੇ ਇੱਕ ਸ਼ਾਈ ਕਰਕੇ ਉਹਨੂੰ ਅਸੈਪਟ ਕਰ ਲਿਆ ਬਟ ਜਿਹੜਾ ਉਹਨੇ ਪਹਿਲਾਂ ਉਹਦੇ ਨਾਲ ਜੋ ਕੁਛ ਕੀਤਾ ਉਹਨੂੰ ਭੁੱਲ ਗਈ ਵੀ ਉਹਦੇ ਮਦਰ ਤੋਂ ਫਾਦਰ ਤੋਂ ਦੂਰ ਕੀਤਾ, ਉਹਦਾ ਬ੍ਰਦਰ ਜਿਹੜਾ ਉਹਨੂੰ ਇੰਨਾ ਪਿਆਰ ਕਰਦਾ ਸੀ ਵੀ ਉਹਦੇ ਤੋਂ ਵੀ ਕਾਫੀ ਦੂਰ ਹੋ ਚੁੱਕੀ ਸੀ, ਤਾਂ ਉਹਦਾ ਇੰਨਾ ਕੁ ਇਮੋਸ਼ਨ ਕਿ ਉਹ ਸਿਰਫ ਇੱਕ ਸ਼ਾਈ ਲਈ ਮਤਲਬ ਉਹਨੂੰ ਅਸੈਪਟ ਕਰਨਾ ਪਿਆ। ਤਾਂ ਹੁਣ ਇਹ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ। ਜਿੱਦਾਂ ਕਿ ਹੁਣ ਆਈ ਥਿੰਕ ਟਰਕੀ ਦੇ ਵਿੱਚ ਇੱਕ ਨਵਾਂ ਲਾਅ ਆਇਆ, ਤੁਹਾਨੂੰ ਪਤਾ ਹੋਣਾ, ਉਹ ਇਹੀ ਲਾਅ ਹੈ ਕਿ ਜੇ ਤੁਸੀਂ ਕੋਈ ਮੇਲ ਕਿਸੇ ਫੀਮੇਲ ਨੂੰ ਰੇਪ ਕਰਦਾ ਤੇ ਜੇ ਉਹਦੇ ਨਾਲ ਮੈਰਿਜ ਕਰ ਲੈਂਦਾ ਤਾਂ ਫਿਰ ਉਹਨੂੰ ਕੋਈ ਸਜ਼ਾ ਨਹੀਂ ਹੋਊਗੀ। ਹੁਣ ਤੁਸੀਂ ਇਹ ਦੇਖੋ, ਇੱਕ ਬੰਦੇ ਨੇ ਰੇਪ ਕੀਤਾ, ਉਸ ਤੋਂ ਬਾਅਦ ਤੁਸੀਂ ਸਾਰੀ ਉਮਰ ਉਹਦੇ ਨਾਲ ਗੁਜ਼ਾਰਨੀ ਹੈ। ਉਹਦੇ 'ਚ ਮੈਨੂੰ ਲੱਗਦਾ ਨਹੀਂ ਵੀ ਔਰਤ ਤੋਂ ਵੀ ਪੁੱਛਿਆ ਗਿਆ ਵੀ ਮਤਲਬ ਤੁਹਾਡਾ ਪੁਆਇੰਟ ਆਫ ਵਿਊ ਕੀ ਹੈ। ਸਿਰਫ ਉਹੀ ਹੈ ਕਿ ਗੱਲ ਕਹਿ ਕੌਣ ਰਿਹਾ। ਪਰ ਇਹਨਾਂ ਦੀ ਗੱਲ ਦਾ ਜਵਾਬ ਮੈਂ ਇੱਕ ਦੇਣਾ ਚਾਹੁੰਦਾ ਜ਼ਰੂਰ ਕਿ ਇੱਕ ਨਾ ਕਿਤਾਬ ਆਉਂਦੀ ਆ ਆਪਣਾ ਦਾ ਅਦਰ ਸਾਈਡ ਆਫ ਸਾਇਲੈਂਸ, ਉਰਵਸ਼ੀ ਬਟਾਲੀਆ ਦੀ ਕਿਤਾਬ ਹੈਗੀ ਆ। ਉਹਦੇ ਵਿੱਚ ਉਹ ਲਿਖਦੇ ਆ ਕਿ ਔਰਤ ਜਦੋਂ ਖੁਦ ਲਿਖਦੀ ਆ ਇਹ ਵੀ ਦੇਖਣਾ ਤੁਹਾਨੂੰ ਜ਼ਰੂਰੀ ਹੈ ਕਿ ਉਹ ਆਪਣੇ ਪੁਆਇੰਟ ਆਫ ਵਿਊ ਤੋਂ ਬੋਲਦੀ ਆ, ਕਿਉਂਕਿ ਉਹਦੀ ਕੰਸਟਰਕਸ਼ਨ ਜਿਹੜੀ ਆ ਬਹੁਤ ਲੰਮੇ ਸਮੇਂ ਤੋਂ ਹੋ ਰਹੀ ਆ। ਇਸ ਕਰਕੇ ਔਰਤ ਜਦੋਂ ਲਿਖਦੀ ਹੈ ਉਹ ਮਰਦ ਦੇ ਪੁਆਇੰਟ ਆਫ ਵਿਊ ਤੋਂ ਹੀ ਬੋਲ ਜਾਂਦੀ ਆ, ਜਿਹੜੀ ਮਤਲਬ ਐਂਡ ਦੇ ਵਿੱਚ ਉਹ ਜੇ ਸਮਝੌਤਾ ਕਰ ਵੀ ਲੈਂਦੀ ਹੈ ਨਾ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਮਰਦ ਪ੍ਰਧਾਨ ਸਾਡਾ ਸਮਾਜ ਹੈਗਾ ਉਹਦੀ ਕੰਸਟਰਕਸ਼ਨ ਦੇ ਹੇਠ ਹੀ ਦਬ ਜਾਂਦੀ ਹੈ, ਮਤਲਬ ਸਮਝੌਤਾ ਕਰਦੇ। ਪਰ ਇਹ ਮਤਲਬ ਇਹ ਹੈ, ਦੇਖੋ ਆਪਾਂ ਤਾਂ ਛੋਟੇ ਆ, ਇੰਨੇ ਵੱਡੇ ਨਹੀਂ, ਪਰ ਦੇਖੋ ਅੱਜ ਕਿੰਨੀ ਇੰਪੋਰਟੈਂਟ ਆਪਾਂ ਗੱਲ ਕਰ ਰਹੇ ਹਾਂ। ਆਪਾਂ ਐਡੇ ਵੱਡੇ ਰਾਈਟਰਸ ਬਾਰੇ ਗੱਲ ਕੀਤੀ ਅੱਜ, ਕਿੰਨੀਆਂ ਕਹਾਣੀਆਂ ਦੇ ਸੰਦਰਭ 'ਚ, ਤੇ ਆਪਾਂ ਭਗਤਾਂ ਨੂੰ ਨਹੀਂ ਕੀਤੀ। ਠੀਕ ਹੈ, ਉਹ ਸਾਰੇ ਰਿਸਪੈਕਟਫੁਲ ਨੇ, ਵਿਰਕ ਸਾਹਿਬ ਰਿਸਪੈਕਟਫੁਲ ਨੇ, ਗੁਰਦਿਆਲ ਸਿੰਘ ਹੁਣੀ ਰਿਸਪੈਕਟਫੁਲ ਨੇ, ਅੰਮ੍ਰਿਤਾ ਪ੍ਰੀਤਮ ਵੀ। ਇਹਦਾ ਮਤਲਬ ਜਿਹੜੀ ਨੈਕਸਟ ਜਨਰੇਸ਼ਨ ਜਿੱਦਾਂ ਤੁਸੀਂ ਹੋ, ਵਧੀਆ ਗੱਲ ਹੈ ਵੀ ਅਸੀਂ ਸਾਰੀਆਂ, ਜਿਹੜਾ ਮੈਂ ਕਿਹਾ ਸੀ ਵੀ ਸਟੇਟਸ ਕੋ ਜਿਹੜਾ ਹੁਣ ਤੱਕ ਸਾਨੂੰ ਦਿੱਤਾ ਗਿਆ, ਜ਼ਰੂਰੀ ਨਹੀਂ ਸਾਰਾ ਕੁਛ ਹੀ ਚੰਗਾ ਹੋਵੇ, ਹੈ ਨਾ, ਤੇ ਉਹਨੂੰ ਚੈਲੰਜ ਕਰਨਾ ਵੀ ਸਾਡਾ ਫਰਜ਼ ਹੈ। ਤਾਂ ਹੀ ਅਸੀਂ ਕੁਛ ਨਵਾਂ ਕੰਸਟਰਕਟ ਕਰਾਂਗੇ ਨਾ। ਜਿਹੜਾ ਕੁਛ ਚੰਗਾ ਉਹਨੂੰ ਲੈ ਲਓ, ਜਿਹੜਾ ਨਹੀਂ ਚੰਗਾ ਉਹਨੂੰ ਚੈਲੰਜ ਕਰੋ। ਪਰ ਮੈਂ ਬਾਰ-ਬਾਰ ਇਹ ਕਹਿੰਦਾ ਕਿ ਚੈਲੰਜ ਤਾਂ ਹੋਊਗਾ ਜਦੋਂ ਅਸੀਂ ਡਿਫਰੈਂਟ ਓਪੀਨੀਅਨ ਰੱਖਾਂਗੇ, ਜਦੋਂ ਅਸੀਂ ਇਹ ਕਹਾਂਗੇ ਕਿ ਓਕੇ ਅੰਮ੍ਰਿਤਾ ਜੀ ਨੇ ਇਹ ਲਿਖਿਆ ਬਟ ਅਸੀਂ ਜਦੋਂ ਲਿਖਾਂਗੇ ਤਾਂ ਅਸੀਂ ਇਹਨੂੰ ਇੱਦਾਂ ਲੈ ਕੇ ਜਾਵਾਂਗੇ। ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਤੁਹਾਨੂੰ, ਮੈਂ ਸਾਵੀ ਫਿਲਮ ਬਣਾਈ, ਸਾਵੀ ਨਾਟਕ ਦੇ ਉੱਤੇ, ਉਹ ਸ਼ਾਇਦ ਇੰਗਲਿਸ਼ ਡਿਪਾਰਟਮੈਂਟ 'ਚ ਆਪਾਂ ਮਾਰਚ ਵਿੱਚ ਸਕਰੀਨਿੰਗ ਵੀ ਉਹਦੀ ਕਰ ਲਾਂਗੇ। ਸਾਵੀ ਬਹੁਤ ਪਾਪੂਲਰ ਪਲੇ ਹੈ, ਜਗਦੀਸ਼ ਸਚਦੇਵਾ ਜੀ ਨੇ ਲਿਖਿਆ। ਉਹ ਪਲੇ ਇਹ ਹੈਗਾ ਕਿ ਜਿਹੜੀ ਗੁੱਜਰ ਕਮਿਊਨਿਟੀ ਹੈਗੀ ਆ, ਮੁਸਲਿਮ ਗੁੱਜਰ ਕਮਿਊਨਿਟੀ ਜਿਹੜੀ ਹਿਮਾਚਲ ਤੋਂ ਲੈ ਕੇ JNK ਵਗੈਰਾ 'ਚ ਫੈਲੀ ਹੋਈ ਹੈ, ਉਹ ਬੇਸਿਕਲੀ ਉਹਨਾਂ ਦੇ ਵਿੱਚ ਕਿਉਂਕਿ ਉਹਨਾਂ ਦੀਆਂ ਮੈਰਿਜਸ ਜਾਂ ਨਿਕਾਹ ਕਹਿ ਲਓ ਬਾਹਰ ਨਹੀਂ ਸੀ ਹੁੰਦੇ, ਤਾਂ ਉਹਨਾਂ ਨੇ ਆਪਣੇ ਇੱਕ ਬਾਰਟਰ ਡੀਲ ਦਾ ਬਣਾਇਆ ਸੀਗਾ ਸਿਸਟਮ, ਜਿਹਦੇ 'ਚ ਜਿੱਦਾਂ ਇੱਕ ਫੈਮਿਲੀ ਦੀ ਜੇ ਕੁੜੀ ਦਾ ਨਿਕਾਹ ਦੂਸਰੀ ਕਿਸੇ ਫੈਮਿਲੀ 'ਚ ਹੁੰਦਾ ਸੀਗਾ ਤਾਂ ਉਸ ਫੈਮਿਲੀ ਨੂੰ ਆਪਣੀ ਇੱਕ ਕੁੜੀ ਦਾ ਨਿਕਾਹ ਇਸ ਫੈਮਿਲੀ 'ਚ ਕਰਨਾ ਪੈਂਦਾ ਸੀ। ਉਹਨਾਂ ਦੇ ਆਪਣੇ ਰੀਜ਼ਨ ਸੀਗੇ, ਕਿਉਂਕਿ ਇਹ ਸਾਰੇ ਕਨਵਰਟ ਹੋਏ ਸੀਗੇ ਲੋਕੀ, ਤੇ ਨਾ ਤਾਂ ਉਹਨਾਂ ਨੂੰ ਜਿਹੜੇ ਹਿੰਦੂ ਟ੍ਰਾਈਬਲ ਬੈਲ ਸੀਗੀ ਉਹ ਵੀ ਨਹੀਂ ਉਹਨਾਂ ਨਾਲ ਨਿਕਾਹ ਕਰਦੇ ਸੀ, ਤੇ ਜਿਹੜੇ
ਮੁਗਲ ਬਾਹਰੋਂ ਆਏ ਸੀਗੇ ਜਿਹੜੇ, ਉਹ ਉਹਨਾਂ ਨੂੰ ਵੈਸੇ ਹੀ ਹੇਠਾਂ ਤੌਰ ਤੇ ਗਾਉਂਦੇ, ਮੇ ਵੀ ਤਾਂ ਕਰਕੇ ਟ੍ਰੈਡੀਸ਼ਨ ਆਇਆ ਹੋਊਗਾ। ਤਾਂ ਉਹ ਜਿਹੜਾ ਨਾਟਕ ਆ ਉਹਦੇ ਵਿੱਚ ਉਹਨਾਂ ਨੇ ਇਹ ਦਿਖਾਇਆ ਕਿ ਇੱਕ ਬੰਦਾ ਜਿਹੜਾ ਬਹੁਤ ਹੀ ਬਦਮਾਸ਼ ਕਿਸਮ ਦਾ ਬੰਦਾ ਵਾ, ਉਹ ਉਹਦੀ ਭੈਣ ਕਿਸੇ ਬੰਦੇ ਨੂੰ ਪਸੰਦ ਕਰਦੀ ਹੈ ਜਿਹੜਾ ਉਹਨਾਂ ਵੈਲ ਟੂ ਡੂ ਨੀਗਾ, ਤੇ ਉਹ ਉਹਨੂੰ ਧਮਕਾਉਣ ਉਹਦੇ ਘਰੇ ਜਾਂਦਾ, ਜਾਂ ਵੀ ਤੂੰ ਸਾਲਾ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਭੈਣ ਵੱਲ, ਉਹੀ ਆਨਰ ਵੀ ਅਸੀਂ ਏਡੇ ਵੱਡੇ ਹਾਂ। ਪਰ ਜਦੋਂ ਉਹਦੇ ਘਰ ਜਾਂਦਾ ਤਾਂ ਉਹ ਮੁੰਡੇ ਦੀ ਭੈਣ ਉਹਨੂੰ ਪਸੰਦ ਆ ਜਾਂਦੀ ਹੈ, ਤੇ ਉਹ ਆਪਣੀ ਸਕੂਮ ਸਾਰੀ ਚੇਂਜ ਕਰ ਦਿੰਦਾ, ਤੇ ਉਹਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਨਿਕਾਹ ਕਰ ਲੈ, ਕਿਉਂਕਿ ਉਹਦੇ ਦਿਮਾਗ 'ਚ ਸਕੀਮ ਚੱਲਦੀ ਹੁੰਦੀ ਹੈ। ਜਦੋਂ ਨਿਕਾਹ ਹੋ ਜਾਂਦਾ ਤੇ ਕਹਿੰਦਾ ਹੁਣ ਵਾਰੀ ਵੱਟੇ 'ਚ ਤੂੰ ਆਪਣੀ ਭੈਣ ਦਾ ਵਿਆਹ ਕਰ ਮੇਰੇ ਨਾਲ, ਤੇ ਉਹ ਕਹਿੰਦਾ ਤੇਰੇ ਨਾਲ ਕਿੱਦਾਂ ਕਰ ਸਕਦਾ, ਤਾਂ ਆਲਰੇਡੀ ਤੇਰੇ ਤਾਂ 3 ਮੈਰਿਜਸ ਹੋਈਆਂ। ਕਹਿੰਦਾ ਕੋਈ ਗੱਲ ਨਹੀਂ, ਵਾਰੀ ਵੱਟਾ ਤਾਂ ਕਰਨਾ ਪੈਣਾ ਤੈਨੂੰ, ਮੇਰੇ ਨਾਲ ਨਾ ਕਰ, ਮੇਰਾ ਭਤੀਜਾ ਵਾ 4 ਸਾਲ ਦਾ, ਇਹਦੇ ਨਾਲ ਕਰ। ਤੇ ਉਹ ਪੰਚਾਇਤ 'ਚ ਗੱਲ ਰੱਖਦੇ ਆ, ਪੰਚਾਇਤ ਵਾਲੇ ਕਹਿੰਦੇ ਵੀ ਇਹ ਤਾਂ ਹੁਣ ਆਪਣਾ ਟ੍ਰੈਡੀਸ਼ਨ ਹੈ, ਜੇ ਹੁਣ ਤੁਸੀਂ ਇੱਕ ਕੁੜੀ ਲਿੱਤੀ ਆ ਉਹਨਾਂ ਦੀ ਫੈਮਿਲੀ 'ਚੋਂ ਤਾਂ ਤੁਹਾਨੂੰ ਇੱਕ ਦੇਣੀ ਪੈਣੀ ਹੈ। ਤੇ ਉਹ 4 ਸਾਲ ਦੇ ਮੁੰਡੇ ਦਾ ਵਿਆਹ ਉਹ 18 ਸਾਲ ਦੀ ਕੁੜੀ ਨਾਲ ਨਿਕਾਹ ਕਰ ਦਿੰਦੇ ਆ, ਕਿਉਂਕਿ ਅਲਟੀਮੇਟਲੀ ਉਹਦਾ ਮਕਸਦ ਤਾਂ ਇਹੀ ਹੁੰਦਾ ਕਿ ਮੈਂ ਇਹਨੂੰ ਫਿਜ਼ੀਕਲੀ ਐਕਸਪਲੋਇਟ ਕਰਾਂ, ਮੇਰੇ ਘਰ ਆ ਜਾਊਗੀ ਤਾਂ ਕਿੱਦਾਂ ਨਹੀਂ। ਪਰ ਉਹ ਜਿਹੜੀ ਲੇਡੀ ਹੁੰਦੀ ਹੈ ਉਹ ਥੋੜ੍ਹੀ ਜਿਹੀ ਸਟਰੋਂਗ ਹੁੰਦੀ ਹੈ, ਉਹ ਕਹਿੰਦੀ ਵੀ ਦੇਖੋ ਸੋਸਾਇਟੀ ਨੇ ਜੋ ਡਿਸਾਈਡ ਕੀਤਾ ਮੈਂ ਐਕਸੈਪਟ ਕਰ ਲਿਆ, ਪਰ ਹੁਣ ਤੂੰ ਮੈਨੂੰ ਫਿਰ ਵੀ ਨਹੀਂ ਟੱਚ ਕਰ ਸਕਦਾ, ਮੇਰਾ ਜੋ ਵੀ ਹੈ 4 ਸਾਲ ਦਾ ਬੱਚਾ ਹੀ ਹੈ। ਤੇ ਉਹ ਉਹਨੂੰ ਇਹ ਲੱਗਦਾ ਕਿ ਮੈਂ ਬਹੁਤਾ ਟਾਈਮ ਆਪਣੇ ਆਪ ਨੂੰ ਸ਼ਾਇਦ ਪ੍ਰੋਟੈਕਟ ਨਾ ਕਰ ਸਕਾਂ, ਉਹ ਉਹਨੂੰ ਉੱਥੋਂ ਬਾਹਰ ਲਿਜਾ ਕੇ ਉਹਨੂੰ ਵੱਡਾ ਕਰਦੀ ਹੈ, ਪਰ ਉਹਨੂੰ ਦੱਸਦੀ ਨਹੀਂ ਕਿ ਇੰਨਾ ਛੋਟਾ ਬੱਚਾ ਉਹਨੂੰ ਕਿੱਦਾਂ ਸਮਝਾਵੇ ਵੀ ਆਪਣਾ ਨਿਕਾਹ ਹੋਇਆ, ਤੇ ਉਹਨੂੰ ਕਦੇ ਨਹੀਂ ਦੱਸਦੀ ਕਿ ਕੀ ਰਿਲੇਸ਼ਨਸ਼ਿਪ ਹੈ, ਉਹਨੂੰ ਮਤਲਬ ਵੱਡਾ ਕਰਦੀ। ਤੇ ਉਹ ਪੁੱਛਦਾ ਵੀ ਹੈ ਕਈ ਵਾਰੀ ਤੇ ਦੱਸਦੀ ਨਹੀਂ, ਤੇ ਉਹ ਬੱਚਾ ਵੀ ਪੁੱਛਣੋਂ ਹਟ ਜਾਂਦਾ, ਹੌਲੀ ਹੌਲੀ ਵੱਡਾ ਹੋ ਜਾਂਦਾ। ਤੇ ਜਦੋਂ ਉਹ 18 ਸਾਲ ਦਾ ਹੋ ਜਾਂਦਾ, ਬਾਲਗ ਹੋ ਜਾਂਦਾ, ਤੇ ਇਹ ਲੇਡੀ ਨੂੰ ਲੱਗਦਾ ਕਿ ਹੁਣ ਅੱਜ ਦੇ ਦਿਨ ਮੈਂ ਇਹਨੂੰ ਦੱਸੂਗੀ ਕਿ ਆਮ ਯੂਰ ਵਾਈਫ, ਕਿ ਹੁਣ ਇਹ ਬਾਲਗ ਹੋ ਗਿਆ, ਵੀ ਹਾਲੇ ਤੱਕ ਤਾਂ ਬੱਚਾ ਸੀ, ਜੇ ਮੈਂ ਦੱਸ ਦਿੰਦੀ ਹੋ ਸਕਦਾ ਮੈਨੂੰ ਡਿਫਰੈਂਟ ਤਰੀਕੇ ਨਾਲ ਟਰੀਟ ਕਰਦਾ, ਜਦੋਂ ਕਿ ਛੋਟਾ ਬੱਚਾ ਹੀ ਹੈ ਹਾਲੇ। ਉਹ ਬੱਚੇ ਨੂੰ ਉਹਨੇ ਕਿਉਂਕਿ ਦੱਸਿਆ ਨਹੀਂ ਹੁੰਦਾ, ਤੇ ਉਹ ਇਨ ਬਿਟਵੀਨ ਕਿਸੇ ਹੋਰ ਕੁੜੀ ਨਾਲ ਨਿਕਾਹ ਕਰਨਾ ਚਾਹੁੰਦਾ, ਤੇ ਉਹ ਉਹਨੂੰ ਘਰੇ ਲਿਆਉਂਦਾ ਵੀ ਮੇਰੀ ਤਾਂ ਜੋ ਵੀ ਹੈਗੀ ਇਹ ਲੇਡੀ ਹੈ, ਵੀ ਮੈਂ ਉਹਨੂੰ ਕਹਿੰਦਾ ਵੀ ਮੈਂ ਨਿਕਾਹ ਕਰਨਾ। ਤੇ ਨਾਟਕ ਬੇਸਿਕਲੀ ਇਹ ਦਿਖਾਇਆ ਕਿ ਉਹ ਜਿਹੜੀ ਲੇਡੀ ਹੈ, ਜਿਹੜੀ ਅਸਲ 'ਚ ਉਹਦੀ ਵਾਈਫ ਹੈ, ਉਹ ਉਹਨਾਂ ਦੋਨਾਂ ਨੂੰ ਐਕਸੈਪਟ ਕਰ ਲੈਂਦੀ ਹੈ ਤੇ ਆਸ਼ੀਰਵਾਦ ਦੇ ਦਿੰਦੀ ਹੈ, ਤੇ ਨਾਟਕ ਉੱਥੇ ਹੋ ਜਾਂਦਾ ਖਤਮ। ਉਹ ਨਾਟਕ ਬਹੁਤ ਲਾਈਕ ਕੀਤਾ ਗਿਆ, ਬਹੁਤ ਪਪੂਲਰ ਹੋਇਆ, ਮੇ ਬੀ ਪੈਥੋਸ ਕਰਕੇ, ਜਾਂ ਉਹਦੇ 'ਚ ਜਿਹੜਾ ਦੁੱਖ ਹੈਗਾ ਉਸ ਔਰਤ ਦੇ ਨਾਲ। ਤੇ ਮੈਂ ਜਦੋਂ ਉਹ ਫਿਲਮ ਬਣਾਈ ਮੈਂ ਕਿਹਾ ਵੀ ਮੈਂ ਤਾਂ ਇਹ ਫਿਲਮ ਨਹੀਂ ਬਣਾਉਣੀ ਚਾਹੁੰਦਾ, ਇਹ ਤਾਂ ਦੇਖੋ ਇਹ ਨਾਟਕ ਜਿੰਨਾ ਮਰਜ਼ੀ ਵਧੀਆ ਹੋਵੇ, ਇਹ ਨਾਟਕ 'ਚ ਕ੍ਰਾਫਟ ਵਾਈਜ਼ ਜਿੰਨੀ ਮਰਜ਼ੀ ਵੱਡੀ ਗੱਲ ਕਹੀ ਗਿਆ ਹੋਵੇ, ਪਰ ਇਹ ਰਿਗਰੈਸਿਵ ਹੈ। ਆਪਾਂ ਕਿੱਦਾਂ ਉਹਦੇ ਨਾਲ ਧੱਕਾ ਹੋਇਆ, ਤੇ ਆਪਾਂ ਇਹ ਦਿਖਾ ਰਹੇ ਹਾਂ ਕਿ ਉਹਨੇ ਹੋਣੀ ਕਰਕੇ ਸਾਰਾ ਕੁਝ ਮੰਨ ਲਿਆ, ਤੇ ਆਪਾਂ ਵੀ ਰੂ ਕੇ ਦਰਸ਼ਕ ਦੇ ਤੌਰ ਤੇ ਬਾਹਰ ਚਲੇ ਗਏ ਵੀ ਮੈਂ ਤਾਂ ਨਹੀਂ ਇੱਦਾਂ ਫਿਲਮ ਬਣਾਉਣੀ, ਤੇ ਅਸੀਂ ਉਹਦਾ ਫਿਰ ਸੈਕਿੰਡ ਹਾਫ ਕ੍ਰੀਏਟ ਕੀਤਾ, ਹੈ ਨਾ। ਸੋ ਆਪਾਂ ਇੰਟਰਫੇਅਰ ਕਰ ਸਕਦੇ ਹਾਂ ਬਹੁਤ ਸਾਰੀਆਂ ਚੀਜ਼ਾਂ 'ਚ। ਉਹ ਰਾਈਟਰ ਨੂੰ ਪਸੰਦ ਨਹੀਂ ਆਇਆ, ਉਹ ਸਾਰੀਆਂ ਅਲੱਗ ਚੀਜ਼ਾਂ ਨੇ, ਕਿਉਂਕਿ ਜੇ ਉਹਨਾਂ ਨੂੰ ਪਸੰਦ ਆਉਣ ਵਾਲੀ ਗੱਲ ਹੁੰਦੀ ਤਾਂ ਉਹ ਲਿਖਦੇ ਹੀ ਉਹਨੂੰ ਦੂਸਰੇ ਤਰੀਕੇ ਨਾਲ ਨਾ। ਸੋ ਆਪਾਂ ਹੁਣ ਉਸ ਦੌਰ ਤੇ ਹਾਂ ਵੀ ਜਦੋਂ ਆਪਾਂ ਚੀਜ਼ਾਂ ਨੂੰ ਨਵੇਂ ਤਰੀਕੇ ਨਾਲ ਕਹਿਣਾ ਸਿੱਖਣਾ। ਸਗੋਂ ਮੈਂ ਇਹ ਸ਼ਾਇਦ ਜੇ ਤੁਸੀਂ ਗੱਲ ਨਾ ਚਲਾਉਂਦੇ ਮੈਂ ਤੁਹਾਨੂੰ ਇੱਧਰ ਵੱਲ ਲੈ ਕੇ ਹੋਣਾ ਜਾਂਦਾ, ਮੈਂ ਸਿਰਫ ਕ੍ਰਾਫਟ ਦੀ ਹੋਈ ਗੱਲ ਕਰਦਾ, ਪਰ ਸਿੰਸ ਆਪਾਂ ਹੁਣ ਗੱਲ ਕਰ ਰਹੇ ਹਾਂ ਤਾਂ ਮੈਂ ਵੀ ਕਹਿ ਰਿਹਾ ਕਿ ਆਪਾਂ ਨੂੰ ਚੀਜ਼ਾਂ ਨੂੰ ਨਵੇਂ ਤਰੀਕੇ ਨਾਲ ਦੇਖਣਾ ਚਾਹੀਦਾ। ਜਿਹੜੇ ਸਾਡੇ ਈਵਨ ਵੱਡੇ ਰਾਈਟਰ ਵੀ ਹੈ, ਠੀਕ ਹੈ, ਵੱਡੇ ਰਾਈਟਰ ਵੀ ਤੇ ਪਪੂਲਰ ਵੀ, ਬਾਕੀ ਸਾਰੇ ਕੇਸਾਂ 'ਚ ਵੱਡੇ ਰਾਈਟਰ, ਤੁਹਾਡੇ ਕੇਸ 'ਚ ਪੰਜਾਬੀ ਫਿਲਮਾਂ ਦੇ ਪਪੂਲਰ ਰਾਈਟਰ। ਆਪਾਂ ਜੇ ਰਿਲੇਟ ਨਹੀਂ ਕਰਦੇ ਤੇ ਸਾਨੂੰ ਆਪਣੀਆਂ ਚੀਜ਼ਾਂ ਕ੍ਰੀਏਟ ਕਰਨੀਆਂ ਚਾਹੀਦੀਆਂ ਜਿਹੜੀਆਂ ਸਾਨੂੰ ਲੱਗਦਾ ਕਿ ਇੰਪੋਰਟੈਂਟ ਹੈ, ਕਰਨੀਆਂ ਆਪ ਹੀ ਪੈਣਗੀਆਂ। ਮੈਂ ਵਾਰ-ਵਾਰ ਇਹ ਗੱਲ ਕਰਨਾ, ਆਪਣੀ ਗੱਲ ਕਹਾਣੀ ਕਹਿ ਕੌਣ ਰਿਹਾ ਇਹ ਇੰਪੋਰਟੈਂਟ ਹੈ। ਸਰ ਮੇਰਾ ਨਾਮ ਜਸਪ੍ਰੀਤ ਹੈ। ਸਰ ਬੇਸਿਕਲੀ ਮੈਂ ਤਾਂ ਅਟੈਂਡ ਕਰ ਰਹੀ ਸੀ ਕਿ ਮੇਰਾ ਕੰਮ ਹੈ ਫਿਲਮਾਂ 'ਤੇ, ਕਿ ਮੈਨੂੰ ਇੱਦਾਂ ਸੀਗਾ ਕਿ ਕੁਛ ਇੱਦਾਂ ਸਿਖਾਇਆ ਜਾਊਗਾ ਕਿ ਫਿਲਮਾਂ ਨੂੰ ਸਟੱਡੀ ਕਿਵੇਂ ਕਰਨਾ, ਰੀਡ ਕਿੱਦਾਂ ਕਰਨਾ, ਅਤੇ ਸੋ ਚਲੋ ਤੁਸੀਂ ਪਲੀਜ਼ ਕੋਈ ਦੱਸੋ, ਕੋਈ ਕਿਸੇ ਫਿਲਮ ਦਾ ਤੁਹਾਡਾ ਕੋਈ ਕਰੈਕਟਰ ਤੁਹਾਨੂੰ ਚੰਗਾ ਲੱਗਿਆ ਹੋਵੇ, ਜਾਂ ਕੋਈ ਫਿਲਮ ਓਵਰਆਲ ਚੰਗੀ ਲੱਗੀ ਹੋਵੇ, ਕੋਈ ਨਾਟਕ, ਕੋਈ ਨਾਵਲ। ਸਰ ਇਮੈਜੀਨੇਸ਼ਨ ਲੈਵਲ 'ਤੇ ਸਰ ਮੈਨੂੰ ਹੈਰੀ ਪੋਟਰ ਬਹੁਤ ਹੀ ਲੱਗਦੀ ਹੈ। ਕਿੱਦਾਂ ਮਤਲਬ ਸਰ ਇੱਦਾਂ ਕਿ ਮਤਲਬ ਪਹਿਲਾਂ ਹੀ ਉਹਦਾ ਇੱਦਾਂ ਕਿ ਵੀ ਜਦੋਂ ਉਹ ਛੜੀ ਲੈਣ ਜਾਂਦੇ ਆ ਵੀ ਛੜੀ ਉਹਨਾਂ ਨੂੰ ਖੁਦ ਚੂਜ਼ ਕਰਦੀ ਆ, ਉਹ ਨਹੀਂ ਚੂਜ਼ ਕਰਦੇ ਛੜੀ ਨੂੰ, ਮਤਲਬ ਛੜੀ ਉੱਥੇ ਹੁੰਦੀ ਆ ਤੇ ਉਹਨਾਂ ਜੋ ਮਤਲਬ ਜਿਵੇਂ ਉਹਨਾਂ ਦੀ
ਹਿਸਾਬ ਨਾਲ ਉਹਨਾਂ ਦੀ ਜੋ ਤਸਵੀਰ ਹੈ ਉਹਨਾਂ ਦੀ ਹੈ ਨਾ, ਉਹਨਾਂ ਦੀ ਸੋਚ ਦੇ ਹਿਸਾਬ ਨਾਲ ਛੜੀ ਉਹਨਾਂ ਕੋਲੇ ਆਪਣੇ ਆਪ ਆ ਜਾਂਦੀ ਹੈ। ਔਰ ਸਰ ਮਤਲਬ ਇੱਕ ਜਿਹੜਾ ਫਿਲਮ ਲਿਖਦੀ ਆ ਜੋ ਜੇ ਕੇ ਰੋਲਿੰਗ ਤੇ ਸਰ ਮਤਲਬ ਮਿਨਿਸਟਰੀ ਆਫ ਮੈਜਿਕ ਕ੍ਰੀਏਟ ਕਰ ਰਹੀ ਹੈ, ਉਹ ਇੱਕ ਗੇਮ ਨਵੀਂ ਕ੍ਰੀਏਟ ਕਰ ਰਹੀ ਹੈ। ਮਤਲਬ ਇੱਕ ਨਵੀਂ ਗੇਮ ਬਣਾਉਣਾ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਔਖਾ ਹੁੰਦਾ ਹੈ, ਬਟ ਫਿਲਮ 'ਚ ਉਹਨੇ ਉਹ ਸਾਰਾ ਕੁਝ ਦਿਖਾਤਾ। ਉਹਦੀ ਸਕੋਰਿੰਗ ਹੁੰਦੀ ਹੈ ਗੇਮ ਦੀ, ਮਤਲਬ ਇੱਕ ਕੱਲਾ ਕਰੈਕਟਰ ਹੈ ਸਰ, ਉਹਦੀ ਕੱਲੀ ਦੇ ਪਿੱਛੇ ਸਟੋਰੀ ਹੈ ਕਿ ਨਾ। ਫਿਰ ਬਾਅਦ 'ਚੋਂ ਜਿਹੜੇ ਮੈਜਿਕ ਸਪੈਲ ਬੋਲਦੇ ਆ, ਕੁਛ ਹੈਗੇ ਜਿਹੜੇ ਮੈਜਿਕ ਸਪੈਲ ਜਿਨ੍ਹਾਂ ਦੀ ਵੀ ਆਵਾਜ਼ ਬੋਲਣ ਦਾ ਉਚਾਰਨ ਸਹੀ ਹੋਣਾ ਚਾਹੀਦਾ। ਕੁਛ ਐਸੇ ਮੈਜਿਕ ਹੈਗੇ ਕਿ ਜਿਹੜੇ ਸਪੈਲ ਹੈ ਕਿ ਛੜੀ ਦੀ ਜਿਹੜੀ ਘੁਮਾਉਣ ਦੀ ਚੀਜ਼ ਹੈ ਉਹ ਮੈਟਰ ਕਰਦੀ ਆ, ਤੁਸੀਂ ਬੋਲੋ ਉਹ ਨਹੀਂ ਮੈਟਰ ਕਰਦਾ ਵੀ ਛੜੀ ਨੂੰ ਕਿੱਦਾਂ ਵੇਵ ਉਹ ਕਰਦੇ ਹੋ। ਸਰ ਫਿਰ ਇੱਕ ਹੋਰ ਚੀਜ਼ ਹੈ ਕਿ ਜਿਹੜਾ ਉਹਨਾਂ ਨੂੰ ਮਤਲਬ ਛੜੀ ਘੁਮਾਉਣਾ ਦੱਸਦਾ ਵੀ ਤੁਸੀਂ ਛੜੀ ਘੁਮਾਉਣੀ ਕਿੱਦਾਂ ਹੈ। ਉਹ ਹੈਗਾ ਗਾ ਉਸ ਪਿੰਡ ਤੋਂ ਆਇਆ ਜਿੱਥੇ ਖੂਹ ਬਹੁਤ ਹੁੰਦੇ ਆ, ਵੀ ਉਹਨਾਂ ਦਾ ਸਾਰਾ ਵੀ ਜੋ ਪਿੰਡ ਦਾ ਹਿਸਾਬ ਕਿਤਾਬ ਚਲੋ ਪਾਣੀ ਦੇ ਬੇਸ 'ਤੇ ਚੱਲਦਾ ਹੈ ਕਿ ਉਹ ਅੱਗੇ ਸਪਲਾਈ ਕਰਦੇ ਆ ਪਾਣੀ ਨੂੰ। ਅਤੇ ਉਹ ਜਿਹੜੇ ਖੂਹ ਦੇ ਵਿੱਚ ਫਿਰ ਟਿੰਡਾਂ ਮਤਲਬ ਜੋ ਵੀ ਉਹ ਸਾਰਾ ਸੀਗਾ ਉਹਨਾਂ ਦਾ ਖੂਹ 'ਚੋਂ ਪਾਣੀ ਕੱਢਣ ਵਾਲਾ, ਉਹ ਮੋਸ਼ਨ 'ਤੇ ਕੰਮ ਹੈ ਸਰ ਉਹਦਾ। ਫਿਰ ਉਹੀ ਟੀਚਰ ਉਹਨਾਂ ਨੂੰ ਅੱਗੇ ਮੋਸ਼ਨ ਸਿਖਾਉਂਦਾ ਵੀ ਛੜੀ ਨਾਲ ਤੁਸੀਂ ਘੁਮਾਉਣਾ ਕਿਵੇਂ ਹੈ, ਅਤੇ ਫਿਰ ਉਹ ਕਿਸ ਤਰੀਕੇ ਨਾਲ ਘੁੰਮਦੀ ਹੈ ਛੜੀ, ਉਵੇਂ ਤੁਹਾਡਾ ਜਿਹੜਾ ਸਪੈਲ ਹੈ ਉਹ ਸਟਰੋਂਗ ਹੁੰਦਾ। ਅਤੇ ਮਤਲਬ ਫਿਰ ਵਿੱਚ ਜਿਹੜੀ ਇੱਕ ਡਾਇਰੈਕਸ਼ਨ ਵੀ ਬਹੁਤ ਸੋਹਣੀ ਹੈ ਸਰ ਫਿਲਮ ਦੀ। ਜਿਹੜੇ 2 ਮਿੰਟ ਦਾ ਵੀ ਸੀਨ ਆਇਆ ਨਾ ਜੀ ਉਹਦਾ ਫਿਲਮ ਦੇ ਵਿੱਚ ਆ ਰਿਹਾ, ਤਾਂ ਉਹਦਾ ਐਂਡ 'ਤੇ ਉਹ ਚੀਜ਼ ਜੁੜਦੀ ਹੈ ਸਰ। ਇੱਕ ਉਹ ਫਿਲਮ 'ਚ ਨਾ ਇੱਕ ਸਟੂਡੈਂਟ ਹੈ, ਉਹ ਤਾਂ ਮਤਲਬ ਉਹਨੂੰ ਉਚਾਰਨ ਨਹੀਂ ਸਹੀ ਆਉਂਦਾ, ਬੋਲ ਨਹੀਂ ਸਹੀ ਸਕਦਾ ਉਹ ਜਿਹੜੇ ਸਪੈਲ ਹੁੰਦੇ ਆ, ਅਤੇ ਉਹਦੇ ਨਾਲ ਕੀ ਹੁੰਦਾ ਕਿ ਉਹ ਧਮਾਕਾ ਹੋ ਜਾਂਦਾ, ਕੁਛ ਵੀ ਇੱਦਾਂ ਕਰਦਾ ਅਤੇ ਉਹ ਮਤਲਬ ਧੂੰਆਂ ਨਿਕਲਦਾ ਅਤੇ ਉਹ ਚਿਹਰੇ 'ਤੇ ਪੈ ਜਾਂਦਾ। ਅਤੇ ਉਹਦਾ ਫਿਰ ਐਂਡ 'ਤੇ ਕੀ ਹੁੰਦਾ ਕਿ ਜਦੋਂ ਐਂਡ 'ਤੇ ਆਰਮੀ ਆਉਂਦੀ ਆ, ਉਹਨਾਂ ਦੇ ਜਿਹੜੇ ਸਕੂਲ ਨੂੰ ਖਤਮ ਕਰਨ ਆਉਂਦੇ ਆ ਉਹ ਨਾ, ਅਤੇ ਫਿਰ ਉਹ ਕਹਿੰਦੀ ਹੈ ਕਿ ਸਕੂਲ ਦੇ ਅਤੇ ਉਹ ਆਰਮੀ ਦੇ ਵਿੱਚ ਇੱਕ ਪੁਲ ਹੁੰਦਾ ਗਾ, ਕਹਿੰਦੇ ਵੀ ਆਪਾਂ ਉਹਨਾਂ ਨੂੰ ਪੁਲ ਤਬਾਹ ਕਰ ਦਈਏ ਅਤੇ ਆਪਣਾ ਵੀ ਕੁਛ ਕੁ ਟਾਈਮ ਲਈ ਆਪਣਾ ਸਕੂਲ ਬਚ ਜੂਗਾ। ਫਿਰ ਉਹ ਕਹਿੰਦੇ ਵੀ ਉਹ ਇੱਕ ਸਟੂਡੈਂਟ ਹੁੰਦਾ, ਉਹ ਪੁੱਛਦਾ ਕਿ ਤੁਸੀਂ ਪੁਲ ਤਬਾਹ ਕਰਨ ਦੀ ਮੈਨੂੰ ਕਹਿ ਰਹੇ ਹੋ, ਅਤੇ ਪਹਿਲਾਂ ਤਾਂ ਉਹ ਆਪਣੇ ਆਪ 'ਚ ਹੈਰਾਨ ਹੁੰਦਾ ਕਿ ਮੈਨੂੰ ਇਹ ਆਰਡਰ ਮਿਲ ਰਿਹਾ ਕਿ ਤੂੰ ਪੁਲ ਤਬਾਹ ਕਰ ਦੇਣਾ। ਕਹਿੰਦੇ ਅੱਛਾ, ਪਰ ਕਹਿੰਦੇ ਇਹਦੀ ਮਦਦ ਕੌਣ ਕਰੂਗਾ, ਅਤੇ ਉਹ ਸਟੂਡੈਂਟ ਵਾਲੇ ਇਸ਼ਾਰਾ ਕਰਦੀ ਹੈ ਜਿਹੜਾ ਮੈਜਿਕ ਸਹੀ ਨਹੀਂ ਬੋਲ ਪਾਉਂਦਾ ਹੁੰਦਾ ਸਪੈਲ ਨੂੰ, ਅਤੇ ਕਹਿੰਦੀ ਕਿਉਂਕਿ ਉਹਨੇ ਜੋ ਵੀ ਸਪੈਲ ਬੋਲਿਆ ਹੁੰਦਾ ਧਮਾਕਾ ਹੀ ਹੁੰਦਾ, ਕਹਿੰਦੀ ਉਹ ਤੇਰੀ ਮਦਦ ਕਰੂਗਾ। ਮਤਲਬ ਇੱਦਾਂ ਦੀ ਬਹੁਤ ਸੋਹਣੀ ਡਾਇਰੈਕਸ਼ਨ ਹੈ ਸਰ। ਮਤਲਬ 2 ਸੈਕਿੰਡ ਦਾ ਜਿਹੜਾ ਸੀਨ ਹੈ ਨਾ ਉਹ ਵੀ ਐਂਡ 'ਤੇ ਜੁੜਿਆ ਹੋਇਆ। ਅਤੇ ਫਿਰ ਉਹ ਮੌਤ ਦੀ ਗੱਲ ਆਉਂਦੀ ਹੈ, ਫਿਰ ਮੌਤ ਦੇ ਤੋਹਫੇ ਵੀ ਕਿ ਇੱਦਾਂ ਮਤਲਬ ਇਮੈਜੀਨੇਸ਼ਨ ਲੈਵਲ 'ਤੇ ਸਰ ਬਹੁਤ ਵਧੀਆ। ਇੱਕ ਸਰ ਇਵੇਂ ਐਕਸਮੈਨ 'ਚ ਮਿਊਟੈਂਟ ਹੈ, ਉਹ ਬਹੁਤ ਸੋਹਣੀ ਮੈਨੂੰ ਵਧੀਆ ਲੱਗਦੀ ਹੈ। ਇੱਦਾਂ ਮਾਰਵਲ ਦੀ ਸੀਰੀਜ਼ ਬਹੁਤ ਵਧੀਆ ਲੱਗਦੀ ਹੈ ਸਰ ਇਮੈਜੀਨੇਸ਼ਨ ਲੈਵਲ 'ਤੇ। ਤੁਸੀਂ ਕਦੇ ਆਪ ਇਦਾਂ ਦੇ ਕਰੈਕਟਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ? ਕਰਨੀ ਚਾਹੀਦੀ ਤੁਹਾਨੂੰ, ਕਿਉਂਕਿ ਆਪਣੀ ਇਸ ਕਲਾਸ ਦਾ ਮਕਸਦ ਇਹੀ ਹੈ। ਦੇਖੋ ਤੁਸੀਂ ਨਾ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ, ਤੁਸੀਂ ਨਾ ਇਹਨਾਂ ਦੀ ਰਿਕਾਰਡਿੰਗ ਰੱਖਿਓ, ਆਪਾਂ ਚਲਾਵਾਂਗੇ ਇੱਕ ਦਿਨ, ਕਿਉਂਕਿ ਕਹਾਣੀ ਜਦੋਂ ਆਪਾਂ ਕਹਿੰਦੇ ਹਾਂ ਉਹਦੇ ਵਿੱਚ ਕੁਛ ਜ਼ਰੂਰੀ ਚੀਜ਼ਾਂ ਹੁੰਦੀਆਂ ਜਿਨ੍ਹਾਂ 'ਚੋਂ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਵਿਸਥਾਰ 'ਚ ਵੀ। ਪਾਤਰ ਜਿਨ੍ਹਾਂ 'ਚ ਸਭ ਤੋਂ ਇੰਪੋਰਟੈਂਟ ਹੈ। ਜਦੋਂ ਆਪਾਂ ਕਹਾਣੀ ਕਹੀਏ ਵੀ ਕਹਾਣੀ 'ਚ ਕਿਹੜੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ ਜਿਨ੍ਹਾਂ ਤੋਂ ਬਿਨਾਂ ਕਹਾਣੀ ਨਹੀਂ ਕਹਿ ਸਕਦੇ, ਤਾਂ ਪਾਤਰ ਡੈਫੀਨੇਟਲੀ ਸਥਾਨ ਪਾਤਰ। ਤਾਂ ਇਹਨਾਂ ਨੇ ਜਿਹੜੀ ਅੱਜ ਗੱਲ ਕੀਤੀ ਹੈ ਉਹ ਪਾਤਰ ਕੰਸਟਰਕਸ਼ਨ ਦੀ ਗੱਲ ਕੀਤੀ ਹੈ। ਇਹਨਾਂ ਨੂੰ ਉਹ ਪਾਤਰ ਇਸ ਕਰਕੇ ਅੱਛੇ ਲੱਗੇ ਕਿਉਂਕਿ ਉਹ ਲਿਖੇ ਅੱਛੇ ਗਏ ਨੇ, ਉਹਨਾਂ ਦੀ ਡਿਟੇਲਿੰਗ ਕੀਤੀ ਗਈ ਹੈ ਉਹਨਾਂ ਪਾਤਰਾਂ ਦੀ। ਵੀ ਜੇ ਇੱਕ ਪਾਤਰ ਸਰਟਨ ਕਾਈਂਡ ਆਫ ਬਿਹੇਵੀਅਰ ਕਰਦਾ ਵਾ ਤੇ ਉਹਦੇ ਪਿੱਛੇ ਉਹਦੀ ਰੀਜ਼ਨਿੰਗ ਹੈ, ਉਹਦਾ ਕਾਰਨ ਹੈ, ਉਹ ਉਹਨਾਂ ਨੇ ਦਿਖਾਇਆ, ਇਸ ਕਰਕੇ ਉਹ ਰਿਲੇਟੇਬਲ ਹੈ ਨਾ। ਤੇ ਜਿੱਦਾਂ ਆਪਾਂ ਉਹਨਾਂ ਬੁਲਾਇਆ ਹਾਂਜੀ, ਜਿੱਦਾਂ ਇਹਨਾਂ ਨੇ ਪਾਤਰਾਂ ਦੀ ਡਿਸਕ੍ਰਿਪਸ਼ਨ ਦੱਸੀ ਨਾ ਡਿਟੇਲ ਦੇ ਵਿੱਚ, ਤੇ ਮੈਨੂੰ ਲੱਗਿਆ ਕਿ ਜਿਹੜਾ ਉਹ ਵਾਲਾ ਪਾਤਰ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਉਹਦੀ ਵੀ ਇੱਦਾਂ ਜੇ ਕਿਤੇ ਉਹਦੀ ਕੰਸਟਰਕਸ਼ਨ ਹੋਵੇ ਵੀ ਉਹ ਇੱਦਾਂ ਸਰਟਨ ਬਿਹੇਵੀਅਰ ਕਿਉਂ ਕਰ ਰਿਹਾ ਤੇ ਜ਼ਿਆਦਾ ਇੰਟਰਸਟਿੰਗ ਲੱਗ ਸਕਦੀ ਹੈ ਗੱਲ। ਇਹ ਜਦੋਂ ਆਪਾਂ ਲਿਖਦੇ ਹਾਂ ਫਿਲਮ 'ਚ ਇਹ ਥੋੜ੍ਹਾ ਜ਼ਰੂਰੀ ਹੁੰਦਾ ਜ਼ਿਆਦਾ, ਕਈ ਵਾਰੀ ਨਹੀਂ ਵੀ ਹੁੰਦੀ ਐਕਸਪਲੇਨੇਸ਼ਨ, ਪਰ ਰਿਲੇਟੇਬਲ ਸ਼ਾਇਦ ਉਦੋਂ ਬਣਦਾ ਜਦੋਂ ਆਪਾਂ ਰੀਜ਼ਨਿੰਗ ਦੱਸਦੇ ਹਾਂ। ਜਿੱਦਾਂ ਮੈਨੂੰ ਪਰਸਨਲੀ ਮਤਲਬ ਅਲੱਗ-ਅਲੱਗ ਆਪਾਂ ਹਿਊਮਨ ਬੀਇੰਗ, ਆਪਾਂ ਨੂੰ ਅਲੱਗ-ਅਲੱਗ ਚੀਜ਼ਾਂ ਵਧੀਆ ਲੱਗਦੀਆਂ। ਮੈਨੂੰ ਡਰ ਫਿਲਮ 'ਚ ਸ਼ਾਹਰੁਖ ਖਾਨ ਦੀ ਜਿਹੜੀ ਕਰੈਕਟਰ ਦੀ ਕੰਸਟਰਕਸ਼ਨ ਹੈ ਕਿ ਉਹ ਇੱਦਾਂ ਦਾ ਬਿਹੇਵੀਅਰ ਕਿਉਂ ਕਰਦਾ, ਸਾਈਕੋਪੈਥ ਵਾਂਗੂ ਜਾਂ ਕੀ ਹੈ, ਉਹਦਾ ਫਾਦਰ ਉਹਨੂੰ ਸ਼ਾਇਦ ਇੱਕ ਵਾਰੀ ਸਾਈਕੈਟਰਿਸਟ ਕੋਲ ਲੈ ਕੇ ਜਾਂਦਾ ਅਤੇ ਉਹਨੂੰ ਕਹਿੰਦਾ ਕਿ ਸਾਈਕੈਟਰਿਸਟ ਨੂੰ ਕਹਿੰਦਾ ਕਿ ਇਹ ਆਪਣੀ ਮਦਰ ਬਾਰੇ ਬਹੁਤ ਗੱਲਾਂ ਕਰਦਾ, ਆਪਣੀ ਮਦਰ ਬਾਰੇ ਨਹੀਂ, ਮਦਰ ਦੇ ਨਾਲ ਬਹੁਤ ਗੱਲਾਂ ਕਰਦਾ।
ਤੇ ਸਾਈਕੈਟ੍ਰਿਸਟ ਕਹਿੰਦਾ ਵੀ ਇਹ ਤਾਂ ਨਾਰਮਲ ਹੈ, ਮਤਲਬ ਮਦਰ ਨਾਲ ਤਾਂ ਸਾਰੇ ਬੱਚੇ ਗੱਲਾਂ ਕਰਦੇ ਆ, ਇਹ 'ਚ ਕਿਹੜੀ ਨਾਰਮੈਲਿਟੀ ਗੱਲ ਹੈ। ਉਹ ਕਹਿੰਦਾ ਪਰ ਉਹਨੂੰ ਮਰੀ ਨੂੰ ਬਹੁਤ ਸਾਲ ਹੋ ਗਏ। ਸੋ ਸਾਨੂੰ ਇੱਕ ਏਡੀ ਕੁ ਛੋਟੀ ਗੱਲ ਨਾਲ ਸਮਝ ਆ ਗਈ ਵੀ ਉਹਦਾ ਕਰੈਕਟਰ ਕਿੱਥੇ ਖੜਿਆ। ਸੋ ਜਦੋਂ ਆਪਾਂ ਲਿਖੀਆਂ ਨੇ ਚੀਜ਼ਾਂ, ਕਿਉਂਕਿ ਇਹ ਪ੍ਰਾਇਮਰਲੀ ਆਪਾਂ ਸਕ੍ਰਿਪਟ ਰਾਈਟਿੰਗ ਦੀ ਗੱਲ ਕਰਨੀ ਹੈ ਇਸ ਵਰਕਸ਼ਾਪ ਦੇ ਵਿੱਚ, ਉਦੋਂ ਇਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਕਿ ਜਿਹੜੇ ਪਾਤਰਾਂ ਦੀ ਆਪਾਂ ਗੱਲ ਕਰਨੀ ਹੈ ਉਹਨਾਂ ਦੀ ਉਸ ਕਿਸਮ ਦੀ ਕੰਸਟਰਕਸ਼ਨ ਕਿਵੇਂ ਹੁੰਦੀ ਹੈ। ਜਦੋਂ ਆਪਾਂ ਦਿਖਾਉਂਦੇ ਹਾਂ ਦਰਸ਼ਕ ਨੂੰ ਤਾਂ ਉਹਨੂੰ ਠੀਕ ਲੱਗਦਾ, ਉਹ ਚੰਗਾ ਲੱਗਦਾ, ਉਹਨੂੰ ਫਿਰ ਜਸਟੀਫਿਕੇਸ਼ਨ, ਜ਼ਰੂਰੀ ਨਹੀਂ ਸਾਰੀ ਜਗ੍ਹਾ ਤੇ ਜਸਟੀਫਿਕੇਸ਼ਨ ਹੋਵੇ ਹੀ, ਪਰ ਕਿਤੇ ਨਾ ਕਿਤੇ ਹੁਣ ਜੇ ਮੈਨੂੰ ਇਹ ਗੱਲ ਚੰਗੀ ਲੱਗੀ ਕਿ ਓਕੇ ਮੈਨੂੰ ਲੱਗਾ ਸ਼ਾਹਰੁਖ ਖਾਨ ਦਾ ਕਰੈਕਟਰ ਜਿੱਦਾਂ ਬਿਹੇਵੀਅਰ ਕਰਦਾ, ਉਹਨੇ ਮੈਨੂੰ ਡਾਇਰੈਕਟਰ ਨੇ ਦੱਸਤਾ ਕਿ ਭਾਈ ਇੱਦਾਂ ਕਰਕੇ ਉਹਦੀ ਮਾਨਸਿਕ ਸਥਿਤੀ ਹੈ, ਜਾਂ ਜਿੱਦਾਂ ਇਹਨਾਂ ਨੇ ਦੱਸਿਆ ਕਿ ਜੇ ਉਹ ਸਰਟਨ ਕਾਈਂਡ ਆਫ ਛੜੀ ਘਮਾਉਂਦਾ ਤਾਂ ਉਹਨੇ ਉਹ ਸਿੱਖੀ ਹੈ ਕਿਤੋਂ ਆਈ ਹੈ ਪਿੱਛੇ, ਜਾਂ ਸਰਟਨ ਕਰੈਕਟਰ ਜਦੋਂ ਕੁਛ ਕਰਦਾ ਤਾਂ ਧਮਾਕਾ ਹੋ ਜਾਂਦਾ ਜਾਂ ਤਾਂ ਉਹਨੂੰ ਕਿਤੇ ਵਰਤ ਦਿਆ, ਤਾਂ ਉਹਨਾਂ ਨੇ ਉਹ ਸਾਰੇ ਕਰੈਕਟਰ ਖੜੇ ਕੀਤੇ ਨੇ, ਪਹਿਲਾਂ ਕੰਸਟਰਕਟ ਕੀਤੇ ਨੇ ਵੀ ਅਸੀਂ ਲੇਟਰ ਔਨ ਇਹਨੂੰ ਕਿਤੇ ਯੂਜ਼ ਕਰਾਂਗੇ। ਵੈਰੀ ਗੁੱਡ, ਤੁਹਾਡਾ ਬਹੁਤ ਇੰਟਰਸਟਿੰਗ ਸੀਗਾ। ਮੇ ਵੀ ਆਪਾਂ ਜਦੋਂ ਪਾਤਰਾਂ ਦੀ ਪਾਤਰ ਉਸਾਰੀ ਦੀ ਗੱਲ ਕਰਾਂਗੇ ਉਦੋਂ ਤੁਹਾਡਾ ਇਹ ਰਿਕਾਰਡਿੰਗ ਪਲੇ ਵੀ ਕਰ ਸਕਦੇ ਹਾਂ, ਜਾਂ ਮੈਂ ਤੁਹਾਨੂੰ ਦੁਬਾਰਾ ਰਿਕੁਐਸਟ ਕਰ ਸਕਦਾ ਕਿ ਤੁਸੀਂ ਦੁਬਾਰਾ ਬੋਲੋ। ਵਰਕਸ਼ਾਪ ਦਾ ਮਕਸਦ ਇਹ ਹੁੰਦਾ ਵੀ ਤੁਸੀਂ ਜਿਹੜਾ ਬੋਲਿਆ ਉਹ ਪਾਤਰ ਕੰਸਟਰਕਟ ਕਿਵੇਂ ਕਰਨੇ ਨੇ, ਜਦੋਂ ਤੁਸੀਂ ਆਪ ਸਕ੍ਰਿਪਟ ਲਿਖਣੀ ਹੈ ਸਾਡੇ 'ਚ ਕਿਸੇ ਨੇ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਿਹੜੀਆਂ ਤੁਸੀਂ ਬੋਲੀਆਂ ਨੇ। ਥੈਂਕ ਯੂ ਵੈਰੀ ਮਚ। ਮੈਨੂੰ ਲੱਗਦਾ ਹੁਣ ਆਪਾਂ ਥੋੜ੍ਹੇ ਜਿਹੇ ਖੁੱਲ੍ਹ ਗਏ ਹਾਂ ਅਤੇ ਹੁਣ ਬਾਕੀ ਦੇ ਬੱਚੇ ਵੀ ਪਲੀਜ਼ ਆਪਣੇ ਆਪ ਬੋਲੋ, ਕਿਉਂਕਿ ਇੱਕ ਆਪਾਂ ਵਧਣਾ ਉਦੋਂ ਹੀ ਅੱਗੇ ਜਦੋਂ ਸਾਰੇ ਕੰਪਲੀਟ ਹੋ ਗਏ, ਛੱਡਣਾ ਨਹੀਂ ਕਿਸੇ ਨੂੰ। ਆਪਾਂ 5 ਵਜੇ ਤੱਕ ਕਰਾਂਗੇ, ਫਿਰ ਕੱਲ੍ਹ ਕੰਟੀਨਿਊ ਕਰਾਂਗੇ, ਪਰ ਬੋਲਣਾ ਸਾਰੇ। ਸਰ ਮੇਰਾ ਨਾਮ ਖੁਸ਼ਪ੍ਰੀਤ ਸਿੰਘ ਹੈ, ਮੈਂ ਇੰਗਲਿਸ਼ ਦਾ ਸਟੂਡੈਂਟ ਹਾਂ ਜੀ। ਮੈਨੂੰ ਜਿੱਥੋਂ ਤੱਕ ਫਿਲਮਾਂ ਦੀ ਗੱਲ ਹੈ, ਪੰਜਾਬੀ ਸਿਨੇਮੇ ਦੇ ਵਿੱਚ ਜਿਹੜੀ ਸਿਕੰਦਰ ਫਿਲਮ ਜਤਿੰਦਰ ਮੌਰ ਜੀ ਨੇ ਡਾਇਰੈਕਟ ਕਰੀ ਆ, ਉਹਦੇ ਵਿੱਚ ਬੇਅੰਤ ਦਾ ਜਿਹੜਾ ਪਾਤਰ ਹੈ ਉਹ ਮੈਨੂੰ ਬਹੁਤ ਅਟਰੈਕਟ ਕਰਦਾ। ਉਹ ਕਿਤੇ ਨਾ ਕਿਤੇ ਜਿਹੜੀ ਆਪਣੀ ਪੰਜਾਬੀ ਸਿਨੇਮਾ ਦੇ ਪ੍ਰਤੀ ਮਿੱਥ ਬਣੀ ਹੋਈ ਹੈ ਵੀ ਇਹ ਤਾਂ ਹਾਸੇ ਪ੍ਰਤੀ ਬਣਾਉਂਦੇ ਆ ਫਿਲਮਾਂ ਜਾਂ ਵਿਆਹ ਪ੍ਰਤੀ ਬਣਾਉਂਦੇ ਆ, ਉਹ ਕਿਤੇ ਨਾ ਕਿਤੇ ਜਾ ਕੇ ਜਦੋਂ ਆਪਾਂ ਓਪਨ ਮਾਈਂਡ ਨਾਲ ਫਿਲਮ ਨੂੰ ਦੇਖਦੇ ਹਾਂ ਉਹਨੂੰ 4-5 ਵਾਰ ਦੇਖਦੇ ਹਾਂ, ਫਿਰ ਉਹ ਆਪਾਂ ਨੂੰ ਖੁੱਲ੍ਹ ਕੇ ਸਾਹਮਣੇ ਆਉਂਦਾ ਵੀ ਕਿਤੇ ਨਾ ਕਿਤੇ ਉਹ ਕਹਿਣਾ ਕੀ ਚਾਹੁੰਦਾ। ਅਤੇ ਇਹੀ ਮੈਨੂੰ ਚੰਗਾ ਲੱਗਦਾ ਜੀ। ਮੇਰੇ ਕੋਲ ਕਈ ਕਹਾਣੀਆਂ ਹੈਗੀਆਂ ਨੇ ਸਾਡੇ ਪਿੰਡ ਨਾਲ ਹੀ ਰਿਲੇਟਡ, ਜਿਹੜੀਆਂ ਮੈਂ ਇਹ ਸੈਮੀਨਾਰ ਵਰਕਸ਼ਾਪ ਲਾ ਕੇ ਉਸ ਤੋਂ ਬਾਅਦ ਉਹਨੂੰ ਥੋੜ੍ਹਾ ਜਿਹਾ ਚੰਗੇ ਤਰੀਕੇ ਨਾਲ ਲਿਖ ਸਕਦਾ। ਉਹਨਾਂ 'ਚੋਂ ਮੈਂ ਇੱਕ ਕਹਾਣੀ 'ਤੇ ਕੰਮ ਵੀ ਕਰ ਰਿਹਾ ਜਿਹਦੇ ਨਾਲ ਬਾਅਦ 'ਚ ਜੀ ਜ਼ਰੂਰ ਆਪਾਂ ਕਰਾਂਗੇ। ਔਰ ਦੇਖੋ ਸਿਕੰਦਰ ਇੱਕ ਤਰੀਕੇ ਦੀ ਕਲਟ ਫਿਲਮ ਹੈ, ਮਤਲਬ ਮੈਨੂੰ ਇੱਕ ਮੇਰਾ ਜਾਣੂ ਹੈ ਮੁੰਡਾ ਚਰਨਜੀਤ ਸਿੰਘ ਤੇਜਾ ਉਹਦਾ ਨਾਮ ਹੈ, ਜਰਨਲਿਸਟ ਹੈ, PAU ਲੁਧਿਆਣੇ ਰਹਿੰਦਾ ਸੀ, ਉੱਥੋਂ ਜਰਨਲਿਜ਼ਮ ਕਰਦਾ ਸੀ ਮੁੰਡਾ ਉਹ। ਅਤੇ ਉਹਨੇ ਮੈਨੂੰ ਇਹ ਕਿਹਾ ਸੀਗਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਜਿੰਨੇ ਵੀ ਲੋਕ ਬੱਚਿਆਂ ਕੋਲ ਲੈਪਟਾਪ ਨਹੀਂ, ਕਿਉਂਕਿ ਉਹ ਫਿਲਮ ਸਿਨੇਮੇ 'ਚ ਨਹੀਂ ਚੱਲੀ ਸੀ, ਉਹ ਕਹਿੰਦੇ ਹਰੇਕ ਦੇ ਲੈਪਟਾਪ 'ਚ ਉਹ ਫਿਲਮ ਹੈ। ਸੋ ਫਿਲਮ ਉਹ ਇੰਨੀ ਜ਼ਿਆਦਾ ਮਤਲਬ ਡਿਫਰੈਂਟ ਫਿਲਮਾਂ ਵੀ ਪਸੰਦ ਕਰਦੇ ਲੋਕੀ ਉਹ ਫਿਲਮ 'ਚ, ਕਿਉਂਕਿ ਜਤਿੰਦਰ ਮੇਰਾ ਦੋਸਤ ਹੈ ਅਤੇ ਦਲਜੀਤ ਅਮੀ ਉਹ ਵੀ ਮੇਰਾ ਦੋਸਤ ਆ, ਉਹਨਾਂ ਨੇ ਲਿਖੀ ਸੀ ਮਿਲ ਕੇ। ਉਹਦੇ 'ਚ ਇੱਕ ਚੀਜ਼ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ, ਉਹ ਸਾਡੇ ਘਰ ਦੇ ਹੀ ਬੰਦੇ ਆ, ਪਰ ਕਿਉਂਕਿ ਤੁਸੀਂ ਉਹ ਗੱਲ ਕੀਤੀ ਹੈ ਉਹਦੀ ਬੇਅੰਤ ਦੀ। ਜਦੋਂ ਮੇਰੀ ਵਾਈਫ ਨੇ ਉਹ ਫਿਲਮ ਦੇਖੀ ਸੀ, ਅਸੀਂ ਬੰਬੇ ਇਕੱਠਿਆਂ ਨੇ ਉਹ ਫਿਲਮ ਦੇਖੀ ਸੀਗੀ, ਜਤਿੰਦਰ ਉਹਨਾਂ ਨੇ ਦਿਖਾਈ ਸੀ। ਉਹਦੇ 'ਚ ਇੱਕ ਚੀਜ਼ ਜਿਹੜੀ ਬਾਅਦ 'ਚ ਜਤਿੰਦਰ ਨੇ ਕਲੀਅਰ ਵੀ ਕੀਤੀ, ਉਹਦੇ 'ਚ ਨਾ ਆਪਾਂ ਕੀ ਕਰਦੇ ਹਾਂ, ਆਪਾਂ ਕਈ ਵਾਰੀ ਹੀਰੋ ਤਾਂ ਇੱਕ ਬੰਦੇ ਨੂੰ ਹੀ ਲੀਡ ਕਰਨਾ ਹੁੰਦਾ, ਉਹਦੇ 'ਚ ਆਪਾਂ ਗੁਣ ਦਿਖਾ ਕੇ ਉਹਦੇ ਨਾਲ ਹੀ ਤੁਰਨਾ ਹੁੰਦਾ, ਅਤੇ ਭਾਵੇਂ ਮੇਲ ਹੋਵੇ ਭਾਵੇਂ ਫੀਮੇਲ ਹੋਵੇ। ਪਰ ਮੇਰਾ ਥੋੜ੍ਹਾ ਜਿਹਾ ਮੈਂ ਇਹਨੂੰ ਇੱਦਾਂ ਲੈਂਦਾ ਕਿ ਜਦੋਂ ਆਪਾਂ ਸਿੰਗਲ ਪਰਸਨ ਨੂੰ ਅੱਗੇ ਲਾਉਂਦੇ ਹਾਂ ਅਤੇ ਉਹਦੇ ਆਲੇ ਦੁਆਲੇ ਉੱਦਾਂ ਦੇ ਹੋਰ ਨਹੀਂ ਦਿਖਦੇ, ਉਦੋਂ ਥੋੜ੍ਹਾ ਜਿਹਾ ਉਹ ਗੜਬੜ ਹੋ ਜਾਂਦਾ। ਉਹ ਮੈਂ ਜਤਿੰਦਰ ਨਾਲ ਗੱਲ ਕੀਤੀ, ਦਲਜੀਤ ਤੋਂ ਵੀ ਮੈਂ ਕਿਹਾ ਉਹ ਫਿਲਮ ਦੇ ਵਿੱਚ ਆਪਾਂ ਔਰਤਾਂ ਦੀ ਗੱਲ ਕਰਦੇ ਹਾਂ, ਪਰ ਇਕੱਲੀ ਬੇਅੰਤ ਕਿਉਂ, ਬਾਕੀ ਕੁੜੀਆਂ ਕਿਉਂ ਨਹੀਂ ਉਹਦੇ ਨਾਲ, ਰਾਈਟ। ਚਲੋ ਉਹਨਾਂ ਨੇ ਮੈਨੂੰ ਦੱਸਿਆ ਵੀ ਕੁਛ ਕੁੜੀਆਂ ਆਪਾਂ ਰੱਖੀਆਂ ਸੀਗੀਆਂ, ਬਟ ਕੁਛ ਪ੍ਰੋਡਕਸ਼ਨ ਦੀਆਂ ਪ੍ਰੋਬਲਮਸ ਵਗੈਰਾ ਸੀਗੀਆਂ। ਮੈਂ ਗੱਲ ਤਾਂ ਕਰ ਰਿਹਾ ਕਿ ਜਦੋਂ ਮੈਂ ਚੰਮ ਬਣਾਉਣਾ, ਜਦੋਂ ਉਹ 'ਚ ਔਰਤਾਂ ਵਿਦਰੋਹ ਕਰਦੀਆਂ, ਉਹ 'ਚ ਇਕੱਲੀ ਇੱਕ ਔਰਤ ਨਹੀਂ ਹੁੰਦੀ, ਉਹ 'ਚ ਪਿੰਡ ਦੀਆਂ 5 ਔਰਤਾਂ ਖੜ੍ਹੀਆਂ ਕਰਕੇ। ਸੋ ਇਹ ਮੈਨੂੰ ਲੱਗਦਾ ਇੱਕ ਇਸ ਕਿਸਮ ਦਾ ਵੀ ਕੰਸਟਰਕਸ਼ਨ ਵੇਲੇ ਧਿਆਨ ਰੱਖਣਾ ਚਾਹੀਦਾ। ਜਿਹੜੇ ਸਾਡੇ ਆਈਡੀਅਲ ਕਰੈਕਟਰਸ ਵੀ ਨੇ ਉਹਨਾਂ ਦੇ ਨਾਲ ਹੋਰ ਵੀ ਹੋਣ ਬੰਦੇ, ਨਹੀਂ ਤਾਂ ਫਿਰ ਇੱਦਾਂ ਲੱਗ ਸਕਦਾ ਵੀ ਇਹ ਤਾਂ 100 'ਚੋਂ ਕੋਈ ਇੱਕ ਹੋ ਸਕਦੀ ਹੈ, ਵੀ ਸਾਰੇ ਨਹੀਂ ਇੱਦਾਂ ਸੋਚਦੇ, ਮੇ ਵੀ ਕੋਈ ਇੱਕ ਕੁੜੀ ਸੋਚ ਸਕਦੀ। ਮੇਰੀ ਵਾਈਫ ਨੇ ਕਿਹਾ ਕਿ ਰਾਜੀਵ ਦੇਖੋ ਆਪਾਂ ਵੂਮਨ ਦੀ ਗੱਲ ਕਰ ਰਹੇ ਹਾਂ, ਪਰ ਇਕੱਲੀ ਇੱਕ ਕੁੜੀ ਕਿਉਂ ਆ, ਯੂਨੀਵਰਸਿਟੀ 'ਚ ਇੱਕ ਕੁੜੀ ਥੋੜ੍ਹੀ ਪੜ੍ਹਦੀ ਹੈ ਅਤੇ ਨਾਲ ਦੀਆਂ ਕੁੜੀਆਂ ਕਿੱਥੇ ਨਹੀਂ, ਹੈ ਨਾ। ਅਤੇ
ਉਹ ਹੁਣ ਜਦੋਂ ਮੈਂ ਜਤਿੰਦਰ ਨਾਲ ਗੱਲ ਕੀਤੀ, ਜਤਿੰਦਰ ਨੇ ਮੈਨੂੰ ਕਿਹਾ ਵੀ ਉਹ ਸ਼ੂਟਿੰਗ ਪ੍ਰੋਬਲਮ ਸੀ, ਕਹਿੰਦਾ ਕੁਝ ਅਸੀਂ ਐਕਟਰਸ ਰੱਖੀਆਂ ਸੀ ਜਿਹੜੀਆਂ ਇਹਦੇ ਨਾਲ ਸੀਗੀਆਂ ਪਰ ਸਮਹਾਉ ਨਹੀਂ ਆ ਸਕਦੀ। ਕਿਉਂਕਿ ਹੁਣ ਆਪਾਂ ਇੱਥੇ ਇੰਪੋਰਟੈਂਟ ਗੱਲ ਡਿਸਕਸ ਕਰ ਰਹੇ ਹਾਂ ਤੇ ਮੈਨੂੰ ਲੱਗਿਆ ਇੰਪੋਰਟੈਂਟ ਹੈ ਗੱਲ ਕਰਨੀ ਵੀ ਜਦੋਂ ਆਪਣੇ ਕਰੈਕਟਰ ਆਪਾਂ ਖੜੇ ਕਰਨੇ ਨੇ ਉਹਨਾਂ ਦੇ ਆਲੇ ਦੁਆਲੇ ਉਹਨਾਂ ਅੱਗੇ ਹੋਰ ਵੀ ਹੋਣੇ ਚਾਹੀਦੇ। ਨਹੀਂ ਤਾਂ ਇਹ ਲੱਗਦਾ ਵੀ ਯਾਰ ਇਹ ਕੋਈ ਹੋਊਗਾ 100 'ਚ, ਇੱਦਾਂ ਨਹੀਂ ਲੱਗਦਾ ਵੀ ਇਹਨਾਂ ਅੱਗੇ ਹੋਰ ਵੀ ਅਭਿਮਨਿਊ ਉਹਨਾਂ ਦੀ ਵੋਟ ਕੀਤਾ ਤੇ ਆਪਣੇ ਟ੍ਰੈਡੀਸ਼ਨਲ ਫੈਮਿਲੀਜ਼ ਤੋਂ ਉਲਟ ਜਾ ਕੇ ਵੋਟ, ਕਿਉਂਕਿ ਇਹੀ ਐਨਾਲਿਸਿਸ ਹੋਇਆ ਕਿ ਔਰਤਾਂ ਦੀਆਂ ਸਭ ਤੋਂ ਵੱਧ ਵੋਟਾਂ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਨੂੰ ਮਿਲੀਆਂ ਤੇ ਡੈਫੀਨੇਟਲੀ ਉਹਨਾਂ 'ਚ ਬਹੁਤ ਸਾਰੀਆਂ ਬੀਜੇਪੀ ਸਪੋਰਟਡ ਫੈਮਿਲੀ 'ਚੋਂ ਵੀ ਹੋਣਗੀਆਂ, ਕਾਂਗਰਸ ਫੈਮਿਲੀ 'ਚੋਂ ਵੀ ਹੋਣਗੀਆਂ। ਸੋ ਇਹ ਇੰਡੀਪੈਂਡੈਂਟ ਥਿੰਕਿੰਗ ਮੈਨੂੰ ਲੱਗਦਾ ਹੋਣੀ ਚਾਹੀਦੀ ਹੈ। ਹਾਲੇ ਤੱਕ ਤਾਂ ਇਹੀ ਸੀਗਾ ਕਿ ਜੋ ਵੀ ਲੀਡ ਕਰਦਾ ਫੈਮਿਲੀ 'ਚ ਇੱਕ ਬੰਦਾ ਉਹ ਸਾਰੀ ਫੈਮਿਲੀ ਲਈ ਡਿਸਾਈਡ ਕਰ ਦਿੰਦਾ ਕਿ ਤੁਸੀਂ ਇਹ ਕਰਨਾ ਤੇ ਬਾਕੀ ਬੰਦੇ ਉਹਨੂੰ ਫੋਲੋ ਕਰਦੇ। ਮੈਨੂੰ ਲੱਗਦਾ ਰਿਸਪੈਕਟ ਤੇ ਇਹਨੂੰ ਇਹਨਾਂ ਚੀਜ਼ਾਂ ਨੂੰ ਜੋੜਨਾ ਨਹੀਂ ਚਾਹੀਦਾ। ਤੁਸੀਂ ਐਲਡਰ ਦੀ ਰਿਸਪੈਕਟ ਕਰੋ ਬਟ ਆਪਣਾ ਓਪੀਨੀਅਨ ਵੀ ਰੱਖੋ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਤੇ ਲਾਸਟ ਈਅਰ MBA ਪਾਸ ਆਊਟ ਹੋਇਆ। ਅੱਛਾ, ਮੇਰੇ ਕੋਲ ਕੁਝ ਆਈਡੀਆਜ਼ ਨੇ ਪਰ ਮੈਨੂੰ ਇਹ ਨਹੀਂ ਪਤਾ ਕਿ ਸਕਰੀਨ ਪਲੇ ਵਿੱਚ ਕਨਵਰਟ ਕਿਵੇਂ ਕਰਨਾ ਤੇ ਮੈਂ ਇਸੇ ਲਈ ਇੱਥੇ ਮੈਂ ਬਹੁਤ ਟਾਈਮ ਪਹਿਲਾਂ ਇੱਕ ਮੂਵੀ ਦੇਖੀ ਸੀ ਦਾ ਗੌਡਫਾਦਰ। ਹਾਂ, ਵਾਇਲੈਂਸ ਤੇ ਹੈ, ਉਹ 'ਚ 6 ਫੈਮਿਲੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਪਾਵਰਲੀ ਵਾਇਲੈਂਸ ਹੁੰਦੀ ਹੈ। ਉਸ ਤੋਂ ਬਾਅਦ ਮੈਂ ਵਾਇਲੈਂਸ ਤੇ ਆਪਣੇ ਹਿਸਾਬ ਨਾਲ ਵਾਇਲੈਂਸ ਤੇ ਲਿਟਰੇਚਰ ਨੂੰ ਜੋੜ ਕੇ ਸਟੋਰੀ ਲਿਖੀ ਸੀ ਕਿ ਇੱਕ ਸ਼ਾਇਰ, ਇੱਕ ਕਰੈਕਟਰ ਹੈ ਜੋ ਮੇਰਾ ਉਹ ਡਿਫਾਲਟਰ ਹੈ, ਮਤਲਬ ਕਿ ਪੁੱਠੇ ਕੰਮ ਹੀ ਕਰਦਾ ਹੈ, ਜਿਹਦੇ ਲਈ ਅੰਡਰ ਕਰਦਾ ਹੈਗਾ ਉਹ ਸੋਚਦਾ ਕੁਛ ਨਹੀਂ ਬਸ ਪੈਸੇ ਸ਼ਰਾਬ ਇਹਦੇ ਲਈ। ਉਹ ਟੀਮ ਹੀ ਸਾਰੀ ਗਰੁੱਪ ਹੀ ਇਹੋ ਜਿਹਾ, ਗਰੁੱਪ ਦੇ ਵਿੱਚ ਵੀ ਪਾਵਰ ਨੂੰ ਲੈ ਕੇ ਜਿਹੜੇ ਉਹਦੇ ਇੰਟਰਨਲ ਆਪਸ ਵਿੱਚ। ਹਾਂ, ਤੇ ਇੱਕ ਕੁੜੀ ਉਹਨੂੰ ਲਾਈਕ ਕਰਦੀ ਹੈ, ਉਹ ਜਰਨਲਿਸਟ ਹੈ, ਉਹਨੂੰ ਬੁੱਕਾਂ ਤੇ ਪੈਨ ਇਹੋ ਜਿਹਾ ਕੁਛ ਗਿਫਟ ਕਰਦੀ ਹੈ ਪਰ ਉਹ ਪਰਾਂ ਛੱਡ ਦਿੰਦਾ ਤੇ ਜਦੋਂ ਉਹਦੇ ਨਾਲ ਵਾਲੇ ਸ਼ਰਾਬ ਪਿਸਤੌਲ ਇਹ ਕੁਛ ਦਿੰਦੇ ਨੇ ਤਾਂ ਉਹ ਐਕਸੈਪਟ ਕਰਦਾ। ਤੇ ਇੱਕ ਦਿਨ ਉਹ ਕੁੜੀ ਹੈ ਜਿਹੜੀ ਉਹ ਐਕਸੀਡੈਂਟ 'ਚ ਪੂਰੀ ਹੋ ਜਾਂਦੀ ਹੈ। ਉਹ ਤੋਂ ਬਾਅਦ ਉਹਨੂੰ ਉਹਦੇ ਨਾਲ ਪਿਆਰ ਹੋ ਜਾਂਦਾ, ਜਿੱਥੇ ਉਹ ਰਹਿੰਦੀ ਹੈ ਉੱਥੇ ਜਾ ਕੇ ਰਹਿਣਾ ਸ਼ੁਰੂ ਕਰ ਦਿੰਦਾ ਤੇ ਉਹਦਾ ਲਿਟਰੇਚਰ ਹੈ ਜੋ ਉਹ ਸਾਫ਼ ਕਰਦਾ ਕਿਤਾਬਾਂ ਨੂੰ, ਉਹਦੇ ਕੱਪੜੇ ਧੋਂਦਾ, ਉਹਨੂੰ ਐਂ ਕਿ ਜਿਵੇਂ ਜਿਉਂਦੀ ਹੈ ਪਰ ਹੌਲੀ ਹੌਲੀ ਲਿਟਰੇਚਰ ਪੜ੍ਹਨਾ ਸ਼ੁਰੂ ਕਰ ਦਿੰਦਾ। ਉਹਦੇ ਉਹ ਅਸਰ ਹੋਣ ਲੱਗ ਗਿਆ। ਪਹਿਲਾਂ ਵੀ ਉਹ ਬਿਜ਼ਨਸਮੈਨ ਸੀ ਜਾਂ ਜੋ ਪੋਲੀਟੀਕਲ ਲੀਡਰ ਸੀ ਜਿਹਦੇ ਲਈ ਕੰਮ ਕਰਦਾ ਉਹਦੇ ਲਈ ਜਾਂਦਾ ਸੀ ਤਾਂ ਕਤਲ ਕਰਕੇ ਆ ਜਾਂਦਾ ਸੀ, ਪਰ ਜਦੋਂ ਹੁਣ ਜਾਂਦਾ ਭਲਾ ਕਰਕੇ ਆਉਣ ਲੱਗ ਗਿਆ। ਜਿਹੜੇ ਨਾਲ ਵਾਲੇ ਨੇ ਉਹ ਕਹਿੰਦੇ ਨੇ ਕਿ ਬਾਈ ਬਦਲੀ ਜਾਂਦਾ ਕਰਕੇ, ਉਹਨੂੰ ਆਪ ਨੂੰ ਵੀ ਕੁਝ ਪਤਾ ਨਹੀਂ ਲੱਗ ਰਿਹਾ ਤੇ ਜੋ ਪੋਲੀਟੀਕਲ ਲੀਡਰ ਉਹ ਕਹਿੰਦਾ ਵੀ ਹੁਣ ਆਪਣੇ ਕੰਮ ਦਾ ਨਹੀਂ ਰਿਹਾ, ਉਹਨੂੰ ਮਾਰ ਦਿਓ। ਤੇ ਉੱਥੋਂ ਹੀ ਲੋਕਾਂ 'ਚ ਉਹਦੇ ਹੱਥ ਇੱਕ ਬੁੱਕ ਲੱਗਦੀ ਹੈ, ਨੋਟਸ ਲੱਗਦੇ ਨੇ, ਜਦੋਂ ਉਹਨੂੰ ਪਤਾ ਲੱਗਦਾ ਵੀ ਉਹ ਜਰਨਲਿਸਟ ਨਹੀਂ, ਇੱਕ ਡਿਟੈਕਟਿਵ ਸੀ ਜਿਹਨੇ ਉਹ ਸਾਰਾ ਉਹਦਾ ਚਿੱਠਾ ਫਰੋਡ ਰੱਖਿਆ ਸੀ ਤੇ ਉਹ ਸਮਗਲਰ ਤੇ ਕੁੜੀਆਂ ਦੇ ਵਪਾਰ ਇਹਦਾ ਕੰਮ ਕਰਦਾ। ਉਹ ਉੱਥੋਂ ਜਿੱਥੋਂ ਕੁੜੀ ਨੇ ਕੰਮ ਖਤਮ ਕਰਿਆ ਸੀ ਆਪ ਚੱਕ ਲਿਆ ਤੇ ਹੁਣ ਉਹਦੇ ਮਗਰ ਪਿਆ ਹੋਇਆ ਵਿਲਨ ਦੇ ਤੇ ਵਿਲਨ ਉਹਦੇ ਐਂਡ ਤੇ ਮਤਲਬ ਵਿਲਨ ਖਤਮ ਕਰ ਦਿੰਦਾ, ਆਪ ਵੀ ਥੱਲੇ ਪਿਆ ਤੇ ਉਹਦੇ ਨਾਲ ਵਾਲਾ ਉਹਨੂੰ ਕਹਿ ਰਿਹਾ ਕਿ ਬਾਈ ਕਿਹਾ ਸੀ ਸ਼ਹਿਰੀ ਛੱਡ ਦੇ, ਮਰਵਾਤੇ ਨਾ ਸ਼ਹਿਰੀ ਨੇ ਤੇ ਅੱਗੋਂ ਉਹ ਕਹਿੰਦਾ ਨਹੀਂ ਕੰਮ ਲਿਆ, ਕਹਿੰਦਾ ਮਰਵਾਏ ਤਾਂ ਮੁਕੱਦਰਾਂ ਨੇ, ਸ਼ਹਿਰੀ ਨੇ ਤਾਂ ਕਈ ਘਰ ਬਚਾ। ਹੁਣ ਦੇਖੋ ਤੁਸੀਂ ਕਿੱਦਾਂ ਵਧੀਆ ਚੀਜ਼ਾਂ ਹੁੰਦੀਆਂ ਜਿੱਦਾਂ ਤੁਸੀਂ ਇਹ ਤਾਂ ਆਲਰੇਡੀ ਇੰਨੀ ਵਧੀਆ ਸਕ੍ਰਿਪਟ ਤਾਂ ਹੈਗੀ ਹੈ ਤੁਹਾਡੀ, ਠੀਕ ਹੈ, ਇਹਨੂੰ ਕਿੱਦਾਂ ਕੰਸਟਰਕਟ ਕਰਨਾ ਆਪਾਂ ਕਰ ਸਕਦੇ ਹਾਂ। ਹੁਣ ਜਿੱਦਾਂ ਤੁਹਾਡਾ ਕੁੜੀ ਜਰਨਲਿਸਟ ਦਾ ਵੀ ਇੱਕ ਕਰੈਕਟਰ ਹੈ ਰਾਈਟ, ਉਹ ਤੁਸੀਂ ਜਿਸ ਰੂਪ 'ਚ ਵੀ ਦਿਖਾਉਣਾ ਚਾਹੋ ਉਹਦੀ ਇਨਵੈਸਟੀਗੇਸ਼ਨ, ਹੁਣ ਉਹ ਜਿਹੜਾ ਬਾਈ ਜੀ ਹੈ ਉਹ ਉਹਨਾਂ ਦਾ ਇੰਟਰਸਟ ਇਨਵੈਸਟੀਗੇਸ਼ਨ ਦੇ ਵਿੱਚ ਹੈ ਸ਼ਾਰਲਕ ਹੋਮਸ 'ਚ, ਇੱਦਾਂ ਕੋਲੈਬੋਰੇਸ਼ਨਸ ਹੋ ਸਕਦੀਆਂ, ਇੱਕ ਦੂਜੇ ਦੀ ਮਦਦ ਆਪਾਂ ਕਰ ਸਕਦੇ ਹਾਂ ਸਕ੍ਰਿਪਟਿੰਗ 'ਚ ਵੀ। ਜਿੱਦਾਂ ਹੁਣ ਜਿੱਦਾਂ ਤੁਹਾਡਾ ਜਿਹੜਾ ਇੱਕ ਕਰੈਕਟਰ ਹੈ ਜਿਹੜਾ ਗੈਂਗਸਟਰ ਦਾ ਚੇਂਜ ਹੁੰਦਾ ਉਹ ਤਾਂ ਤੁਹਾਡੇ ਦਿਮਾਗ 'ਚ ਮੈਨੂੰ ਲੱਗਦਾ ਕਾਫੀ ਕਲੈਰਿਟੀ ਹੈ ਨਾ। ਜਿੱਦਾਂ ਜਿਹੜਾ ਹੁਣ ਜਰਨਲਿਸਟ ਲੜਕੀ ਹੈ ਉਹਦਾ ਕਰੈਕਟਰ ਵੀ ਜੇ ਆਪਾਂ ਵਧੀਆ ਇਨਹਾਂਸ ਕਰਕੇ ਬਣਾ ਸਕੀਏ ਤੇ ਉਹਨੇ ਕਿਵੇਂ ਕੰਮ ਕੀਤਾ ਹੋ ਉਹਦੇ 'ਚ ਤੁਸੀਂ ਜਿੱਦਾਂ ਇਹਨਾਂ ਦਾ ਇਨਵੈਸਟੀਗੇਸ਼ਨ 'ਚ ਇੰਟਰਸਟ ਹੈ, ਸੋ ਇੱਦਾਂ ਵੀ ਤੁਸੀਂ ਮੈਂ ਚਾਹੂੰਗਾ ਵੀ ਕਈ ਵਾਰੀ ਪੋਸੀਬਲ ਨਹੀਂ ਵੀ ਹੁੰਦਾ ਆਪਸ 'ਚ ਵੀ ਜਿੱਥੇ ਜਿਹੜੀਆਂ ਚੀਜ਼ਾਂ ਤੁਹਾਡੀਆਂ ਸਟਰੋਂਗ ਨੇ ਜਿਹੜੇ ਆਪਾਂ ਲਿਖਣਾ ਚਾਹੁੰਦੇ ਹਾਂ ਇੱਕ ਦੂਜੇ ਦੀ ਹੈਲਪ ਵੀ ਕਰ ਸਕਦੇ ਕਰੈਕਟਰਾਈਜੇਸ਼ਨ 'ਚ। ਜਿੱਦਾਂ ਇਹਨਾਂ ਨੇ ਬਹੁਤ ਅੱਛਾ ਕਰੈਕਟਰਸ ਨੂੰ ਐਕਸਪਲੇਨ ਕੀਤਾ ਕਿ ਕਰੈਕਟਰਸ ਕਿੱਦਾਂ ਆਮ ਦਰਸ਼ਕ ਰਿਲੇਟ ਕਰਦਾ ਉਹਦੇ ਨਾਲ, ਮੇਬੀ ਜੇ ਆਪਾਂ ਉਹਦੇ ਪਿੱਛੇ ਥੋੜੀ ਜਿਹੀ ਬੈਕਗਰਾਉਂਡ, ਜਿੱਦਾਂ ਹੁਣ ਆਹ ਵਾਲਾ ਕਰੈਕਟਰ ਹੈ ਇਹ ਓਵਰਆਲ ਠੀਕ ਹੈ ਪਰ ਮੇਰਾ ਮਤਲਬ ਪਤਾ ਨਹੀਂ ਕਿਉਂ ਮਤਲਬ ਮੇਰਾ ਸੋਚਣਾ ਥੋੜਾ ਜਿਹਾ ਮੈਂ ਜ਼ਿਆਦਾ ਰੀਜ਼ਨਿੰਗ ਵਾਈਜ਼ ਸੋਚਦਾ, ਪਤਾ ਨਹੀਂ ਵੀ ਜ਼ਰੂਰੀ ਨਹੀਂ ਵੀ ਠੀਕ ਹੀ ਹੋਵੇ, ਮੈਨੂੰ ਇਹ ਵੀ ਉਹ ਮੁੰਡਾ ਦੀ ਬੈਕਗਰਾਉਂਡ ਵੀ ਕਿਤੇ ਹੋਣੀ ਚਾਹੀਦੀ ਹੈ ਵੀ ਉਹ ਜੇ ਇਸ ਸਾਈਡ ਆਇਆ ਵੀ ਤਾਂ ਉਹਦੇ ਪਿੱਛੇ ਵੀ ਸਰਟਨ ਰੀਜ਼ਨ ਜੇ ਹੋਣ ਤਾਂ ਜ਼ਿਆਦਾ ਰਿਲੇਟੇਬਲ ਹੈ, ਜਿਹੜੇ ਉਹਨੂੰ ਸ਼ੁਰੂ 'ਚ ਉਦੋਂ ਮੇ ਵੀ ਨਹੀਂ ਸਮਝ ਲੱਗਦੀ ਪਰ
ਪਰ ਇਹ ਬਹੁਤ ਅੱਛਾ ਹੈ, ਮੈਨੂੰ ਲੱਗਦਾ ਵੀ ਅੱਛੀ ਸਕ੍ਰਿਪਟ ਹੈ ਸਰ ਉਹ ਜੋ ਤੁਸੀਂ ਕਹਿ ਰਹੇ ਹੋ ਉਹ ਵੀ ਹੈ ਇਮੇਜਿਨੇਸ਼ਨ। ਹਾਂ ਉਹ ਕਿਉਂਕਿ ਇਹ ਤੁਹਾਡੀ ਵਧੀਆ ਸਕ੍ਰਿਪਟ ਹੈ, ਇਹ ਮਤਲਬ ਕਰਨੀ ਚਾਹੀਦੀ ਹੈ ਤੁਹਾਨੂੰ। ਇਹ ਤਾਂ ਹੁਣ ਆਪਣੇ ਤਾਂ ਇੱਕ ਗੈਂਗਸਟਰ ਦਾ ਤਾਂ ਮੈਨੂੰ ਲੱਗਦਾ ਪੰਜਾਬੀ ਜੌਨਰ ਹੀ ਬਣ ਗਿਆ, ਇੰਨੀਆਂ ਸਾਰੀਆਂ ਫਿਲਮਾਂ ਬਣਦੀਆਂ। ਬੈਨ ਵੀ ਹੁੰਦੀ ਹੈ, ਬੈਨ ਵੀ ਹੁੰਦੀਆਂ ਮੈਂ ਕਿਹਾ। ਬੈਨ ਨਹੀਂ, ਇਹ ਵਾਲੀ ਨਹੀਂ ਹੋਈ ਬੈਨ ਤਾਂ ਉਹ ਸੁੱਖਾ ਉਹਦਾ ਨਾਮ ਉਹਨਾਂ ਨੇ ਰੱਖਿਆ ਨਹੀਂ ਕੀਤਾ ਜੇ ਉਹ ਬੈਨ ਤਾਂ ਫਿਰ ਹੁਣ ਇੱਦਾਂ ਮੇਰੇ ਇੱਕ ਦੋਸਤ ਦਲਜੀਤ ਅਮੀ ਦਾ ਆਰਟੀਕਲ ਸੀ ਵੀ ਉਹਨੂੰ ਸੁੱਖਾ ਕਾ ਤੋਂ ਕਹਿੰਦੇ ਆ, ਉਹਨੂੰ ਸੁਖਵੀਰ ਕਿਉਂ ਨਹੀਂ ਕਹਿੰਦੇ, ਉਹਦਾ ਤਾਂ ਨਾਮ ਸੁਖਵੀਰ ਵੀ ਸੀਗਾ। ਸੋ ਬਹੁਤ ਤਰ੍ਹਾਂ ਦੀ ਪੋਲਿਟਿਕਸ ਹੁੰਦੀ ਹੈ। ਤੁਸੀਂ ਕੋਈ ਗੱਲ ਨਹੀਂ, ਮੈਂ ਜਿੰਨੀ ਵੀ ਹੈਲਪ ਹੋ ਸਕੀ ਮੈਂ ਤੁਹਾਡੀ ਜ਼ਰੂਰ ਮਤਲਬ ਆਪਾਂ ਵਰਕਸ਼ਾਪ ਦੇ ਦੌਰਾਨ ਹੀ ਬੜੀਆਂ ਸਾਰੀਆਂ ਚੀਜ਼ਾਂ ਮਤਲਬ ਸਟਰਕਚਰ ਕਿੱਦਾਂ ਬਣਾਉਣਾ ਚਾਹੀਦਾ, ਜ਼ਰੂਰੀ ਨਹੀਂ ਸਾਰੀ ਜਗ੍ਹਾ ਲਾਗੂ ਹੋਵੇ, ਪਰ ਕੁਝ ਚੀਜ਼ਾਂ ਤੁਹਾਨੂੰ ਜ਼ਰੂਰ ਮਤਲਬ ਹੈਲਪ ਕਰਨੀ। ਅੱਛਾ ਹੁਣ ਇੱਦਾਂ ਬੱਚੋ, ਹੁਣ ਮੈਨੂੰ ਪਤਾ ਨਹੀਂ ਤੁਸੀਂ 5 ਵੱਜ ਗਏ, ਅੱਜ ਆਪਾਂ ਭਾਵੇਂ ਇੱਥੇ ਤੱਕ ਹੀ ਰੱਖਦੇ ਹਾਂ, ਬਟ ਪਰਸਨਲੀ ਜੇ ਕਿਸੇ ਨੇ ਮੇਰੇ ਨਾਲ ਗੱਲ ਕਰਨੀ ਹੋਵੇ ਕਿਸੇ ਵੀ ਚੀਜ਼ ਬਾਰੇ ਉਹ ਕਰ ਸਕਦਾ, ਅਦਰਵਾਈਜ਼ ਮੈਨੂੰ ਲੱਗਦਾ ਵੀ ਆਪਣਾ ਟਾਈਮ 5 ਵਜੇ ਤੱਕ ਦਾ ਹੀ ਹੈ ਕਿਉਂਕਿ ਤੁਸੀਂ ਜਾਣਾ ਹੋਣਾ ਤੇ ਆਈ ਹੋਪ ਤੁਸੀਂ ਕੱਲ੍ਹ ਨੂੰ ਸਾਰੇ ਹੀ ਆਓਗੇ ਤੇ ਜਿਹੜੇ ਬੱਚਿਆਂ ਨੇ ਬਾਕੀਆਂ ਨੇ ਗੱਲ ਨਹੀਂ ਕੀਤੀ ਉਹ ਆ ਕੇ ਗੱਲ ਕਰਨਗੇ, ਕਿਉਂਕਿ ਇੱਕ ਵਾਰੀ ਤੁਸੀਂ ਜਦੋਂ ਸਾਰੇ ਗੱਲ ਕਰੋਗੇ ਫਿਰ ਆਪਾਂ ਅਗਲੇ ਸਟੈਪ ਤੇ ਜਾਵਾਂਗੇ। ਕਿਉਂਕਿ ਮੈਨੂੰ ਬਹੁਤ ਅੱਛਾ ਲੱਗਿਆ, ਮੈਂ ਬਹੁਤ ਡਿਫਰੈਂਟ ਪੁਆਇੰਟ ਆਫ ਵਿਊਜ਼ ਇੱਥੇ ਆ ਕੇ ਸੁਣੇ ਤੁਹਾਡੇ ਸਾਰਿਆਂ ਦੇ, ਬਹੁਤ ਵਧੀਆ ਸੀਗੀ ਔਰ ਬਾਕੀ ਦੇ ਬੱਚੇ ਵੀ ਡੈਫੀਨੇਟਲੀ ਮੈਨੂੰ ਲੱਗਦਾ ਕੁਛ ਨਾ ਕੁਛ ਬੋਲਣਗੇ। ਦੇਖੋ ਖੂਬਸੂਰਤ ਗੱਲ ਇਹ ਹੈਗੀ ਕਿ ਤੁਸੀਂ ਸਾਰਿਆਂ ਨੇ ਅਲੱਗ-ਅਲੱਗ ਗੱਲਾਂ ਕੀਤੀਆਂ, ਮਤਲਬ ਜ਼ਰੂਰੀ ਨਹੀਂ ਕਿ ਆਪਾਂ ਇੱਕ ਡਿਸਾਈਡ ਕਰ ਲਈਏ ਕਿ ਇਹ ਚੰਗੀ ਗੱਲ ਹੈ ਫਿਰ ਸਾਰੇ ਉਹਦੇ ਆਲੇ ਦੁਆਲੇ ਗੱਲਾਂ ਕਰੀਆਂ। ਤੁਸੀਂ ਸਾਰਿਆਂ ਨੇ ਅਲੱਗ-ਅਲੱਗ ਗੱਲਾਂ ਕੀਤੀਆਂ ਬਟ ਸਾਰੀਆਂ ਹੀ ਕੰਮ ਦੀਆਂ ਗੱਲਾਂ। ਸੋ ਇਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਬੋਲਣਾ ਸਿੱਖੋ, ਗੱਲ ਕਰਨੀ ਸਿੱਖੋ, ਤੁਹਾਡੀ ਗੱਲ 'ਚ ਕੁਛ ਨਾ ਕੁਛ ਹੋਊਗਾ। ਤੁਸੀਂ ਸਾਰਿਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਬਟ ਉਹ ਸਾਰੀਆਂ ਤੁਹਾਨੂੰ ਇੱਕ ਦੂਜੇ ਨੂੰ ਵੀ ਹੈਲਪ ਕਰ ਸਕਦੀਆਂ। ਜਿੱਦਾਂ ਉਹ ਸਕ੍ਰਿਪਟ ਲਿਖਣਾ ਚਾਹੁੰਦੇ ਆ ਅਲੱਗ ਤਰ੍ਹਾਂ ਦੀ, ਤੁਸੀਂ ਐਕਟ ਕਰਨਾ ਚਾਹੁੰਦੇ ਹੋ, ਉਹ ਫਿਲਮ ਰੀਡ ਕਿੱਦਾਂ ਕੀਤੀ ਜਾਣੀ ਚਾਹੀਦੀ ਹੈ ਜਾਂ ਕਿੱਦਾਂ ਹੋਵੇ ਉਹ ਸਮਝਣਾ ਚਾਹੁੰਦੇ ਆ, ਪਰ ਮੈਨੂੰ ਲੱਗਦਾ ਆਪਾਂ ਸਕ੍ਰਿਪਟ ਇਵੋਲਵ ਕਿਵੇਂ ਹੁੰਦੀ ਹੈ, ਲਿਖੀ ਕਿਵੇਂ ਜਾਂਦੀ ਹੈ, ਮੇਰੀ ਜੇ ਤੁਹਾਨੂੰ ਇਹ ਸਮਝ ਆਏਗੀ ਤਾਂ ਫਿਲਮ ਰੀਡ ਕਰਨੀ ਹੋਰ ਆਸਾਨ ਹੋ ਜਾਏਗੀ ਤੁਹਾਡੇ ਲਈ। ਜਾਂ ਉਹਨਾਂ ਦੇ ਪਿੱਛੇ ਜਦੋਂ ਕੋਈ ਫਿਲਮ ਬਣਾਉਂਦਾ ਉਹਦੇ ਪਿੱਛੇ ਕੀ ਸੋਚ ਕੇ ਉਹ ਬਣਾਉਂਦਾ, ਜਿੱਦਾਂ ਉਹ ਤੁਹਾਡੀ ਜਿਹੜੀ ਫਿਲਮ ਤਾਂ ਬੇਸਿਕਲੀ ਤਾਂ ਉਹਨੇ ਲਿਖਿਆ ਹੀ ਸੀਗਾ, ਲੋਕਾਂ ਨੂੰ ਇੰਨਾ ਅੱਛਾ ਲੱਗਿਆ ਉਹਨੇ ਫਿਲਮ ਬਣਾਈ, ਪਰ ਤੁਹਾਨੂੰ ਪਤਾ ਹੀ ਹੋਣਾ ਉਹ ਕਾਫੀ ਵਾਰੀ ਰਿਜੈਕਸ਼ਨ ਵੀ ਹੋਈ, ਉਹਨਾਂ ਦਾ ਨਹੀਂ ਕਿਸੇ ਨੇ ਪਬਲਿਸ਼ ਕੀਤਾ। ਤੇ ਦੂਸਰਾ ਹੈਗਾ ਕਿ ਆਪਣੇ ਇੱਥੇ ਡਿਵਰਸ ਵਿਊ ਨੇ, ਸਾਰੇ ਅਲੱਗ-ਅਲੱਗ ਚੀਜ਼ਾਂ ਨੂੰ ਪਸੰਦ ਕਰਦੇ ਨੇ, ਉਹ ਵੀ ਇੱਕ ਚੰਗੀ ਗੱਲ ਹੈ ਕਿ ਜ਼ਰੂਰੀ ਨਹੀਂ ਵੀ ਆਪਾਂ ਸਾਰੇ, ਮਤਲਬ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਸਾਰੇ ਇੱਕੋ ਜਿਹਾ ਹੀ ਸੋਚੀਏ ਜਾਂ ਇੱਕੋ ਤਰੀਕੇ ਨਾਲ ਸੋਚੀਏ, ਤੁਹਾਡੇ ਸਾਰਿਆਂ ਦੇ ਇੰਟਰਸਟ ਵੀ ਅਲੱਗ-ਅਲੱਗ ਨੇ। ਸੋ ਆਈ ਥਿੰਕ ਥੈਂਕ ਯੂ ਅੱਜ ਦੇ ਲਈ, ਤੇ ਕੱਲ੍ਹ ਆਪਾਂ 3 ਵਜੇ ਇੱਥੇ ਮਿਲਾਂਗੇ।